ਮੇਰੇ ਵਿਆਹ ਦੀ ਤਰੀਕ 2 ਦਿਨਾਂ ਬਾਅਦ ਸੀ। ਇਹ ਵਿਆਹ ਪੂਰੀ ਤਰ੍ਹਾਂ ਨਾਲ ਮੇਰੇ ਮਾਤਾ ਪਿਤਾ ਦੀ ਇੱਛਾ ਨਾਲ ਹੋਇਆ ਸੀ। ਮੈਂ ਵੀ ਆਪਣੇ ਮਾਤਾ ਪਿਤਾ ਦੇ ਫੈਸਲੇ ਤੋਂ ਖੁਸ਼ ਸੀ ਅਤੇ ਖੁਸ਼ੀ ਨਾਲ ਉਹਨਾਂ ਦੇ ਫੈਸਲੇ ਅੱਗੇ ਸਿਰ ਝੁਕਾਇਆ ਸੀ। ਮੈਨੂੰ ਇਸ ਗੱਲ ਤੇ ਕੋਈ ਇਤਰਾਜ਼ ਨਹੀਂ ਸੀ ਕਿ ਇਹ ਰਿਸ਼ਤਾ ਮੇਰੇ ਮਾਤਾ ਪਿਤਾ ਦੀ ਮਰਜ਼ੀ ਅਤੇ ਇੱਛਾ ਅਨੁਸਾਰ ਸੀ, ਕਿਉਂਕਿ ਮੈਂ ਕਦੇ ਘਰੋਂ ਬਾਹਰ ਨਹੀਂ ਨਿਕਲੀ ਸੀ। ਮੈਨੂੰ ਨਹੀਂ ਪਤਾ ਸੀ ਕਿ ਦੁਨੀਆ ਦੇ ਬਾਹਰਲੇ ਲੋਕ ਕਿਹੋ ਜਿਹੇ ਸਨ। ਮੈਂ ਆਪਣੀ ਮਾਂ ਤੋਂ ਸੁਣਿਆ ਸੀ ਕਿ ਬਾਹਰਲੀ ਦੁਨੀਆ ਬਹੁਤ ਜ਼ਾਲਮ ਹੈ, ਗਲਤੀ ਨਾਲ ਵੀ ਇਸ ਦੁਨੀਆ ਵਿੱਚ ਪੈਰ ਨਾ ਰੱਖਿਓ। ਇਹੀ ਕਾਰਨ ਸੀ ਕਿ ਮੈਂ ਕਾਫੀ ਹੱਦ ਤੱਕ ਡਰਪੋਕ ਸੀ। ਮੇਰੇ ਅੰਦਰ ਆਤਮ ਵਿਸ਼ਵਾਸ ਦੀ ਬਹੁਤ ਕਮੀ ਸੀ ਅਤੇ ਇਸ ਦਾ ਸਭ ਤੋਂ ਵੱਡਾ ਕਾਰਨ ਇਹ ਸੀ ਕਿ ਮੈਂ ਘੱਟ ਹੀ ਬਾਹਰ ਜਾਂਦੀ ਸੀ ਅਤੇ ਜੇ ਕਦੇ ਮੈਨੂੰ ਕਿਸੇ ਗੱਲ ਕਰਨੀ ਪਵੇ ਤਾਂ ਮੈਂ ਬਹੁਤ ਮੁਸ਼ਕਲ ਨਾਲ ਕਰ ਸਕਦੀ ਸੀ। ਮੈਂ ਅਕਸਰ ਆਪਣੀ ਮਾਂ ਤੋਂ ਸੁਣਦੀ ਸੀ ਕਿ ਪਤਾ ਨਹੀਂ ਕਿ ਮੈਂ ਦੂਜੇ ਘਰ ਜਾ ਕੇ ਕਿਵੇਂ ਗੁਜ਼ਾਰਾ ਕਰਾਂਗੀ। 2 ਦਿਨਾਂ ਬਾਅਦ ਜਦੋਂ ਮੇਰਾ ਵਿਆਹ ਹੋ ਰਿਹਾ ਸੀ ਤਾਂ ਇਹ ਗੱਲ ਮੈਨੂੰ ਡਰਾ ਰਹੀ ਸੀ ਕਿ ਪਤਾ ਨਹੀਂ ਮੇਰੀ ਆਉਣ ਵਾਲੀ ਜ਼ਿੰਦਗੀ ਕਿਵੇਂ ਦੀ ਹੋਵੇਗੀ। ਪਰ ਮੈਂ ਖੁਸ਼ੀ ਨਾਲ ਆਪਣੇ ਮਾਤਾ ਪਿਤਾ ਦੇ ਫੈਸਲੇ ਅੱਗੇ ਸਿਰ ਝੁਕਾਇਆ ਕਿ ਉਹ ਮੇਰੇ ਲਈ ਜੋ ਵੀ ਕਰਨਗੇ ਚੰਗਾ ਹੋਵੇਗਾ। ਆਖਰ ਵਿਆਹ ਦਾ ਦਿਨ ਵੀ ਆ ਗਿਆ। ਮੇਰੇ ਵਿਆਹ ਵਾਲੇ ਦਿਨ ਪਾਪਾ ਬਹੁਤ ਖੁਸ਼ ਸਨ। ਉਨੀ ਦਿਨੀ ਉਹਨਾਂ ਦੀ ਸਿਹਤ ਬਹੁਤ ਖਰਾਬ ਸੀ, ਪਰ ਫਿਰ ਵੀ ਉਹ ਵਿਆਹ ਦਾ ਸਾਰਾ ਕੰਮ ਆਪ ਹੀ ਦੇਖ ਰਹੇ ਸਨ। ਮਹਿਮਾਨਾਂ ਤੋਂ ਲੈ ਕੇ ਖਾਣੇ ਦਾ ਪ੍ਰਬੰਧ ਪਾਪਾ ਨੇ ਆਪ ਹੀ ਕੀਤਾ ਸੀ। ਸਭ ਕੁਝ ਕਾਹਲੀ ਵਿੱਚ ਕੀਤਾ ਜਾ ਰਿਹਾ ਸੀ। ਉਹਨਾਂ ਨੂੰ ਕੋਈ ਪਤਾ ਨਹੀਂ ਸੀ ਖੁਸ਼ੀ ਕਿਵੇਂ ਮਨਾਈ ਜਾਵੇ, ਕਿਉਂਕਿ ਮੈਂ 2 ਭਰਾਵਾਂ ਦੀ ਇਕਲੌਤੀ ਭੈਣ ਸੀ। ਦੋਵੇਂ ਭਰਾ ਮੇਰੇ ਤੋਂ ਛੋਟੇ ਸਨ ਅਤੇ ਸਾਡੇ ਘਰ ਦੇ ਹਾਲਾਤ ਵੀ ਬਹੁਤੇ ਚੰਗੇ ਨਹੀਂ ਸਨ। ਪਰ ਪਿਤਾ ਜੀ ਸਾਲਾਂ ਤੋਂ ਮੇਰੇ ਵਿਆਹ ਲਈ ਪੈਸੇ ਇਕੱਠੇ ਕਰ ਰਹੇ ਸਨ ਤਾਂ ਜੋ ਉਹ ਖੁਸ਼ੀ ਨਾਲ ਮੇਰੇ ਵਿਆਹ ਦੇ ਫਰਜ਼ ਤੋਂ ਮੁਕਤ ਹੋ ਸਕਣ ਅਤੇ ਅੱਜ ਉਹ ਦਿਨ ਵੀ ਆ ਗਿਆ ਸੀ। ਪਾਪਾ ਦੀ ਖੁਸ਼ੀ ਦੀ ਕੋਈ ਹੱਦ ਨਾ ਰਹੀ। ਪਾਪਾ ਦੇ ਪੈਸੇ ਨਾਲ ਵਿਆਹ ਦੀਆਂ ਤਿਆਰੀਆਂ ਸੰਭਵ ਨਹੀਂ ਸਨ। ਉਹਨਾਂ ਨੇ ਮੇਰੇ ਵਿਆਹ ਲਈ ਕਰਜ਼ਾ ਵੀ ਲਿਆ ਸੀ ਅਤੇ ਇਸ ਤਰ੍ਹਾਂ ਮੇਰੇ ਵਿਆਹ ਕਾਰਨ ਪਾਪਾ ਕਰਜ਼ੇ ਵਿੱਚ ਡੁੱਬ ਗਏ ਸੀ। ਮੈਨੂੰ ਪਤਾ ਸੀ ਕਿ ਪਾਪਾ ਮੇਰੇ ਵਿਆਹ ਕਾਰਨ ਕਰਜ਼ੇ ਵਿੱਚ ਸਨ। ਮੈਨੂੰ ਇਹ ਵੀ ਪਤਾ ਸੀ ਕਿ ਪਾਪਾ ਲਈ ਕਰਜ਼ਾ ਮੋੜਨਾ ਬਹੁਤ ਔਖਾ ਹੋਵੇਗਾ। ਮੈਂ ਆਪਣੇ ਪਾਪਾ ਕਾਰਨ ਬਹੁਤ ਦੁਖੀ ਸੀ। ਖੈਰ ਖੁਸ਼ੀ ਮੇਰਾ ਵਿਆਹ ਹੋ ਗਿਆ ਅਤੇ ਮੈਂ ਵਿਆਹ ਕਰਵਾ ਕੇ ਆਪਣੇ ਸਹੁਰੇ ਘਰ ਆ ਗਈ। ਜਦੋਂ ਮੈਂ ਆਪਣੇ ਸਹੁਰੇ ਘਰ ਆਈ ਤਾਂ ਸਾਰਿਆਂ ਨੇ ਮੇਰਾ ਨਿੱਘਾ ਸਵਾਗਤ ਕੀਤਾ। ਮੇਰੇ ਸਹੁਰੇ ਮੇਰੇ ਨਾਲ ਬਹੁਤ ਖੁਸ਼ ਸਨ। ਮੈਂ ਵੀ ਬਹੁਤ ਸੋਹਣੀ ਸੀ। ਜੋ ਵੀ ਮੇਰੇ ਵੱਲ ਦੇਖਦਾ ਸੀ ਉਹ ਦੇਖਦਾ ਹੀ ਰਹਿ ਜਾਂਦਾ ਸੀ। ਵੱਡੀਆਂ ਕਾਲੀਆਂ ਅੱਖਾਂ, ਦੁੱਧੀ ਚਿੱਟਾ ਰੰਗ, ਪਤਲਾ ਸਰੀਰ, ਕਮਰ ਤੱਕ ਲੰਬੇ ਕਾਲੇ ਵਾਲ। ਇਹੀ ਕਾਰਨ ਸੀ ਕਿ ਮੇਰੀ ਮਾਂ ਮੈਨੂੰ ਘੱਟ ਹੀ ਘਰੋਂ ਕੱਢਦੀ ਸੀ। ਜਿਵੇਂ ਹੀ ਮੈਂ ਜਵਾਨੀ ਵਿੱਚ ਦਾਖਲ ਹੋਈ, ਮੇਰੇ ਮਾਤਾ ਪਿਤਾ ਮੇਰੀ ਚਿੰਤਾ ਕਰਨ ਲੱਗ ਪਏ। ਉਹ ਮੇਰੀ ਸੁੰਦਰਤਾ ਤੋਂ ਡਰਦੇ ਸੀ। ਮੇਰੇ ਪਤੀ ਨੇ ਮੇਰੀ ਫੋਟੋ ਪਹਿਲਾਂ ਹੀ ਦੇਖ ਲਈ ਸੀ, ਪਰ ਜਦੋਂ ਉਸਨੇ ਮੈਨੂੰ ਆਪਣੇ ਸਾਹਮਣੇ ਬਿਠਾ ਦੇਖਿਆ ਤਾਂ ਉਸ ਦਾ ਮੂੰਹ ਟੱਡਿਆ ਰਹਿ ਗਿਆ। ਉਸ ਨੂੰ ਯਕੀਨ ਹੀ ਨਹੀਂ ਆ ਰਿਹਾ ਸੀ ਕਿ ਇੰਨੀ ਖੂਬਸੂਰਤ ਔਰਤ ਉਸਦੀ ਪਤਨੀ ਬਣ ਗਈ ਹੈ। ਸਾਡੇ ਵਿਆਹ ਦੀ ਪਹਿਲੀ ਰਾਤ ਹੀ ਮੇਰੇ ਪਤੀ ਨੇ ਮੈਨੂੰ ਇੰਨਾ ਪਿਆਰ ਕੀਤਾ ਕਿ ਸਾਰਾ ਡਰ ਮੇਰੇ ਤੋਂ ਦੂਰ ਹੋ ਗਿਆ। ਮੈਂ ਬਹੁਤ ਖੁਸ਼ ਸੀ ਅਤੇ ਪ੍ਰਮਾਤਮਾ ਦਾ ਸ਼ੁਕਰਾਨਾ ਕੀਤਾ ਕਿ ਮੈਨੂੰ ਅਜਿਹਾ ਪਿਆਰਾ ਜੀਵਨ ਸਾਥੀ ਮਿਲਿਆ ਹੈ। ਵਿਆਹ ਦਾ ਪਹਿਲਾ ਦਿਨ ਇਸ ਤਰ੍ਹਾਂ ਬੀਤ ਗਿਆ, ਪਰ ਵਿਆਹ ਦੇ ਅਗਲੇ ਦਿਨ ਪਤਾ ਨਹੀਂ ਕਿਉਂ ਮੇਰੇ ਪੇਟ ਵਿੱਚ ਹਲਕਾ ਜਿਹਾ ਦਰਦ ਹੋਣ ਲੱਗਾ। ਇਹ ਦਰਦ ਹਲਕਾ ਸੀ, ਇਸ ਲਈ ਮੈਂ ਇਸ ਨੂੰ ਨਜ਼ਰ ਅੰਦਾਜ਼ ਕਰ ਦਿੱਤਾ, ਕਿਉਂਕਿ ਵਿਆਹ ਤੋਂ ਕੁਝ ਦਿਨ ਪਹਿਲਾਂ ਵੀ ਮੇਰੇ ਪੇਟ ਵਿੱਚ ਦਰਦ ਹੋ ਰਿਹਾ ਸੀ। ਪਰ ਕੁਝ ਸਮੇਂ ਬਾਅਦ ਦਰਦ ਬੰਦ ਹੋ ਗਿਆ। ਮੇਰੇ ਨਾਲ ਕਈ ਵਾਰ ਅਜਿਹਾ ਹੋਇਆ, ਪਰ ਮੈਂ ਧਿਆਨ ਨਹੀਂ ਦਿੱਤਾ। ਅੱਜ ਵੀ ਮੈਨੂੰ ਕੁਝ ਦੇਰ ਤੱਕ ਇਹੀ ਦਰਦ ਹੋ ਰਿਹਾ ਸੀ ਤੇ ਫਿਰ ਰੁਕ ਗਿਆ। ਇਸ ਵਾਰ ਵੀ ਮੈਂ ਇਸ ਵੱਲ ਕੋਈ ਧਿਆਨ ਨਹੀਂ ਦਿੱਤਾ, ਕਿਉਂਕਿ ਅੱਜ ਮੇਰੇ ਸਹੁਰੇ ਘਰ ਦੂਜਾ ਦਿਨ ਸੀ। ਸਾਰਾ ਘਰ ਮਹਿਮਾਨਾਂ ਨਾਲ ਭਰਿਆ ਹੋਇਆ ਸੀ। ਅਜਿਹੀ ਹਾਲਤ ਵਿੱਚ ਮੈਂ ਕਿਸੇ ਨੂੰ ਇਹ ਵੀ ਨਹੀਂ ਦੱਸ ਸਕਦੀ ਸੀ ਕਿ ਮੈਂ ਬਿਮਾਰ ਹਾਂ। ਫਿਰ ਸਾਰੇ ਕਹਿੰਦੇ ਹਨ ਕਿ ਨਵੀਂ ਵਹੁਟੀ ਦੀ ਸਿਹਤ ਵਿਗੜ ਗਈ ਹੈ। ਇਹੀ ਸੋਚ ਕੇ ਮੈਂ ਚੁੱਪਚਾਪ ਆਪਣੀ ਥਾਂ ਤੇ ਬੈਠ ਗਈ। ਕੁਝ ਸਮੇਂ ਬਾਅਦ ਮੇਰੇ ਪਰਿਵਾਰ ਮੈਂਬਰ ਵੀ ਆ ਗਏ, ਪਰ ਦਰਦ ਉਵੇਂ ਹੀ ਸੀ। ਇੱਕ ਵਾਰ ਫਿਰ ਵੱਧ ਰਿਹਾ ਸੀ, ਜਿਸ ਕਾਰਨ ਮੈਂ ਬੇਚੈਨ ਰਹਿਣ ਲੱਗੀ। ਮੈਨੂੰ ਲੱਗਾ ਜਿਵੇਂ ਮੇਰੀ ਸਿਹਤ ਹੌਲੀ-ਹੌਲੀ ਵਿਗੜ ਰਹੀ ਹੈ, ਪਰ ਫਿਰ ਵੀ ਮੈਂ ਬਰਦਾਸ਼ਤ ਕਰਦੀ ਰਹੀ। ਹੌਲੀ-ਹੌਲੀ ਮਹਿਮਾਨ ਆਉਂਦੇ ਰਹੇ ਅਤੇ ਮੂੰਹ ਦਿਖਾਉਣ ਦੀ ਰਸਮ ਨਿਭਾਉਂਦੇ ਰਹੇ, ਪਰ ਦਰਦ ਅਜਿਹਾ ਸੀ ਕਿ ਰੁਕ ਨਹੀਂ ਰਿਹਾ ਸੀ। ਮੈਂ ਕਿਸੇ ਤਰ੍ਹਾਂ ਆਪਣੇ ਆਪ ਤੇ ਕਾਬੂ ਪਾਇਆ ਅਤੇ ਚਿਹਰੇ ਤੇ ਨਕਲੀ ਮੁਸਕਾਨ ਲੈ ਕੇ ਬੈਠੀ ਰਹੀ। ਮੈਂ ਆਪਣਾ ਸਾਰਾ ਸਮਾਂ ਦਰਦ ਵਿੱਚ ਗੁਜ਼ਾਰਿਆ। ਰਾਤ ਨੂੰ ਘਰੋਂ ਮਹਿਮਾਨਾਂ ਦੀ ਭੀੜ ਘਟ ਗਈ ਸੀ। ਮੇਰੀ
ਸੱਸ ਨੇ ਮੈਨੂੰ ਆਰਾਮ ਕਰਨ ਲਈ ਮੇਰੇ ਕਮਰੇ ਵਿੱਚ ਭੇਜ ਦਿੱਤਾ। ਮੈਂ ਕਮਰੇ ਵਿੱਚ ਜਾ ਕੇ ਸੁੱਖ ਦਾ ਸਾਹ ਲਿਆ। ਸਵੇਰ ਤੋਂ ਬੈਠਣ ਕਾਰਨ ਮੇਰੀ ਪਿੱਠ ਆਕੜ ਗਈ ਸੀ ਅਤੇ ਪੇਟ ਵਿੱਚ ਦਰਦ ਹੋਰ ਤੇਜ਼ ਹੋ ਗਿਆ ਸੀ। ਮੈਂ ਆਪਣੇ ਕਮਰੇ ਵਿੱਚ ਆਈ ਤੇ ਚੁੱਪਚਾਪ ਲੇਟ ਗਈ ਅਤੇ ਦਰਦ ਦੇ ਘੱਟ ਹੋਣ ਦੀ ਉਡੀਕ ਕਰਨ ਲੱਗੀ। ਮੈਂ ਸੋਚ ਰਹੀ ਸੀ ਕਿ ਸ਼ਾਇਦ ਦਰਦ ਆਪਣੇ ਆਪ ਹੀ ਘਟ ਜਾਵੇਗਾ ਅਤੇ ਕੁਝ ਸਮੇਂ ਬਾਅਦ ਉਹੀ ਹੋਇਆ। ਦਰਦ ਆਪਣੇ ਆਪ ਘਟਣ ਲੱਗਾ। ਦਰਦ ਘੱਟ ਹੋਣ ਤੇ ਮੈਂ ਰਾਤ ਦਾ ਸਾਹ ਲਿਆ। ਮੈਂ ਆਪਣੇ ਵਿਆਹ ਤੇ ਬਾਜ਼ਾਰੀ ਭੋਜਨ ਨਹੀਂ ਖਾਣਾ ਚਾਹੁੰਦੀ ਸੀ, ਪਰ ਬਾਜ਼ਾਰ ਦਾ ਖਾਣਾ ਖਾਣਾ ਪਿਆ। ਸ਼ਾਇਦ ਇਸੇ ਕਰਕੇ ਮੇਰੇ ਪੇਟ ਵਿੱਚ ਦਰਦ ਸੀ, ਨਹੀਂ ਤਾਂ ਮੈਂ ਹੋਰ ਕੋਈ ਕਾਰਨ ਨਹੀਂ ਸਮਝ ਸਕੀ ਅਤੇ ਮੈਂ ਕਿਸੇ ਨੂੰ ਇਹ ਕਾਰਨ ਦੱਸਣਾ ਠੀਕ ਨਹੀਂ ਸਮਝਿਆ। ਹਰ ਕੋਈ ਇਹ ਸੋਚਦਾ ਕਿ ਹੋ ਸਕਦਾ ਹੈ ਕਿ ਬਹੁਤ ਜ਼ਿਆਦਾ ਖਾਣ ਕਾਰਨ ਮੇਰੇ ਪੇਟ ਵਿੱਚ ਦਰਦ ਹੋਵੇ। ਮੈਂ ਰਾਤ ਦਾ ਖਾਣਾ ਵੀ ਨਹੀਂ ਖਾਧਾ। ਦਰਦ ਕਾਫੀ ਹੱਦ ਤੱਕ ਘਟ ਗਿਆ ਸੀ, ਸਗੋਂ ਇਹ ਕਹਿਣਾ ਚਾਹੀਦਾ ਹੈ ਕਿ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ। ਮੈਂ ਸਾਰੇ ਦਿਨ ਦੀ ਥੱਕੀ ਹੋਈ ਸੀ ਅਤੇ ਦਰਦ ਵਿੱਚ ਸੀ। ਮੰਜੇ ਤੇ ਲੇਟਦਿਆਂ ਹੀ ਮੈਨੂੰ ਨੀਂਦ ਆ ਗਈ। ਪਤਾ ਨਹੀਂ ਕਦੋਂ ਮੇਰਾ ਪਤੀ ਰਾਹੁਲ ਕਮਰੇ ਵਿੱਚ ਆਇਆ, ਪਰ ਉਸਨੇ ਮੈਨੂੰ ਪਰੇਸ਼ਾਨ ਕਰਨਾ ਅਤੇ ਮੇਰੇ ਨੇੜੇ ਲੇਟਣਾ ਠੀਕ ਨਹੀਂ ਸਮਝਿਆ। ਅਗਲੇ ਦਿਨ ਵੀ ਮਹਿਮਾਨ ਆਉਂਦੇ ਜਾਂਦੇ ਰਹੇ, ਪਰ ਵਾਹਿਗੁਰੂ ਦੀ ਕਿਰਪਾ ਨਾਲ ਅੱਜ ਮੈਨੂੰ ਕੋਈ ਵੀ ਤਕਲੀਫ ਨਹੀਂ ਸੀ ਹੋ ਰਹੀ। ਮੈਂ ਇਹ ਵੀ ਸੋਚਿਆ ਸੀ ਕਿ ਸ਼ਾਇਦ ਬਾਜ਼ਾਰ ਦੇ ਖਾਣੇ ਕਾਰਨ ਮੈਨੂੰ ਦਰਦ ਹੋ ਰਿਹਾ ਹੈ। ਅੱਜ ਵਿਆਹ ਦਾ ਤੀਜਾ ਦਿਨ ਸੀ। ਵਿਆਹ ਦੀ ਹਫੜਾ ਦਫੜੀ ਕਾਰਨ ਹਰ ਕੋਈ ਥੱਕ ਗਿਆ ਸੀ। ਘਰ ਵਿੱਚ ਹਰ ਕੋਈ ਵਿਆਹ ਤੋਂ ਤੰਗ ਆ ਗਿਆ ਸੀ। ਹਰ ਕੋਈ ਦੇਰ ਨਾਲ ਜਾਗਿਆ। ਮੈਂ ਨਵੀਂ ਦੁਲਹਨ ਸੀ, ਇਸ ਲਈ ਕਿਸੇ ਨੇ ਵੀ ਮੈਨੂੰ ਜਗਾਉਣਾ ਉਚਿਤ ਨਹੀਂ ਸਮਝਿਆ। ਜਦੋਂ ਮੈਂ ਕਰੀਬ 12 ਵਜੇ ਉੱਠੀ ਤਾਂ ਮੇਰੀ ਨਣਦ ਮੇਰੇ ਲਈ ਨਾਸ਼ਤਾ ਲੈ ਕੇ ਆਈ। ਆਪਣਾ ਨਾਸ਼ਤਾ ਖਾ ਕੇ ਮੈਂ ਕਮਰੇ ਤੋਂ ਬਾਹਰ ਆ ਗਈ ਅਤੇ ਆਪਣੇ ਪਰਿਵਾਰ ਸਮੇਤ ਬਾਹਰ ਬੈਠ ਗਈ। ਫਿਰ ਮੈਂ ਥੋੜਾ ਕਮਜ਼ੋਰ ਮਹਿਸੂਸ ਕਰਨ ਲੱਗੀ, ਪਰ ਉਸ ਨੂੰ ਆਪਣਾ ਵਹਿਮ ਸਮਝ ਕੇ ਭੁਲਾ ਦਿੱਤਾ ਅਤੇ ਹੱਸ ਕੇ ਸਾਰਿਆਂ ਨਾਲ ਸਮਾਂ ਬਿਤਾਉਣ ਲੱਗ ਪਈ। ਜ਼ਾਹਿਰ ਹੈ ਕਿ ਇਹ ਇੱਕ ਵਿਆਹ ਵਾਲੀ ਥਾਂ ਸੀ ਅਤੇ ਇੱਥੇ ਕੁਝ ਮਹਿਮਾਨ ਜ਼ਰੂਰ ਸਨ। ਰਾਹੁਲ ਦੀ ਮਾਸੀ, ਜੋ ਕਿ ਦੂਜੇ ਸ਼ਹਿਰ ਤੋਂ ਆਈ ਸੀ, ਉਹ ਵੀ ਹੁਣ ਤੱਕ ਘਰ ਵਿੱਚ ਹੀ ਮੌਜੂਦ ਸੀ। ਉਹ ਮੈਨੂੰ ਉੱਪਰ ਤੋਂ ਹੇਠਾਂ ਤੱਕ ਦੇਖ ਰਹੀ ਸੀ, ਜਿਸ ਤਰ੍ਹਾਂ ਉਹ ਮੇਰੇ ਵੱਲ ਘੂਰ ਰਹੀ ਹੋਵੇ। ਉਸ ਦੇ ਇਸ ਤਰ੍ਹਾਂ ਦੇਖਣ ਕਾਰਨ ਮੈਂ ਬਹੁਤ ਘਬਰਾ ਰਹੀ ਸੀ। ਇਸ ਤਰ੍ਹਾਂ ਕੋਈ ਵੀ ਘਬਰਾ ਜਾਂਦਾ। ਇਹੀ ਕਾਰਨ ਸੀ ਕਿ ਮੈਂ ਉੱਥੇ ਬੈਠੀ ਹੋਰ ਵੀ ਬੇਚੈਨ ਮਹਿਸੂਸ ਕਰ ਰਹੀ ਸੀ। ਮੈਂ ਉੱਥੋਂ ਉੱਠ ਕੇ ਆਪਣੇ ਕਮਰੇ ਵਿੱਚ ਆ ਗਈ, ਕਿਉਂਕਿ ਮੈਨੂੰ ਉੱਥੇ ਬੈਠਣਾ ਮੁਸ਼ਕਲ ਹੋ ਰਿਹਾ ਸੀ। ਪੇਟ ਵਿੱਚ ਦਰਦ ਫਿਰ ਵਧਣ ਲੱਗਾ। ਉੱਪਰੋਂ ਮੈਂ ਮਾਸੀ ਦੀਆਂ ਨਜ਼ਰਾਂ ਨੂੰ ਆਪਣੇ ਸਰੀਰ ਵਿੱਚੋਂ ਲੰਘਦਾ ਮਹਿਸੂਸ ਕਰ ਰਹੀ ਸੀ। ਕਮਰੇ ਵਿੱਚ ਆ ਕੇ ਮੈਂ ਸੁੱਖ ਦਾ ਸਾਹ ਲਿਆ। ਦੁਪਹਿਰ ਹੋ ਚੁੱਕੀ ਸੀ, ਇਸ ਲਈ ਮੈਂ ਕੁਝ ਦੇਰ ਸੌਣ ਦੇ ਇਰਾਦੇ ਨਾਲ ਮੰਜੇ ਤੇ ਲੇਟ ਗਈ, ਇਹ ਸੋਚ ਕੇ ਇਸ ਤਰ੍ਹਾਂ ਮੇਰੇ ਦਰਦ ਨੂੰ ਕੁਝ ਰਾਹਤ ਮਿਲੇਗੀ। ਮੇਰੀਆਂ ਅੱਖਾਂ ਮੀਚ ਗਈਆਂ। ਮੈਨੂੰ ਕੁਝ ਨਹੀਂ ਪਤਾ ਸੀ। ਸ਼ਾਮ ਨੂੰ ਮੇਰੀ ਅੱਖ ਖੁੱਲੀ। ਮੈਂ ਕੁਝ ਦੇਰ ਮੰਜੇ ਤੇ ਇਸੇ ਤਰ੍ਹਾਂ ਪਈ ਰਹੀ। ਮੇਰਾ ਉੱਠਣ ਦਾ ਬਿਲਕੁਲ ਵੀ ਮਨ ਨਹੀਂ ਸੀ, ਪਰ ਮੈਂ ਅਜੇ ਵੀ ਨਵੀਂ ਦੁਲਹਨ ਸੀ। ਮੈਨੂੰ ਹਰ ਕਦਮ ਸੋਚ ਸਮਝ ਕੇ ਚੁੱਕਣਾ ਪੈਣਾ ਸੀ। ਮਾਂ ਦੇ ਘਰ ਮੈਂ ਜਾਂਦੇ ਚਾਹੇ ਸੌਂ ਸਕਦੀ ਸੀ ਤੇ ਜਦੋਂ ਚਾਹੇ ਉੱਠ ਸਕਦੀ ਸੀ। ਜਦੋਂ ਮੈਂ ਹੱਥ ਮੂੰਹ ਧੋ ਕੇ ਕਮਰੇ ਵਿੱਚ ਆਈ ਤਾਂ ਅਚਾਨਕ ਮੇਰੇ ਪੇਟ ਵਿੱਚ ਦੁਬਾਰਾ ਦਰਦ ਹੋਣ ਲੱਗਾ। ਮੈਂ ਉਸ ਨੂੰ ਨਜ਼ਰ ਅੰਦਾਜ਼ ਕੀਤਾ ਅਤੇ ਰੱਬ ਅੱਗੇ ਅਰਦਾਸ ਕਰਨ ਲੱਗੀ, ਮੇਰੇ ਪੇਟ ਦਾ ਦਰਦ ਦੂਰ ਹੋ ਜਾਵੇ। ਪਰ ਇਸ ਵਾਰ ਦਰਦ ਘਟਣ ਦੀ ਬਜਾਏ ਵੱਧ ਰਿਹਾ ਸੀ। ਪੇਟ ਵਿੱਚ ਦਰਦ ਤੇਜ਼ ਹੋ ਗਿਆ ਸੀ ਅਤੇ ਮੇਰੀ ਹਾਲਤ ਵਿਗੜਦੀ ਜਾ ਰਹੀ ਸੀ। ਹੁਣ ਮੇਰੇ ਅੰਦਰ ਇਹ ਵੀ ਹਿੰਮਤ ਨਹੀਂ ਸੀ ਕਿ ਮੈਂ ਕਿਸੇ ਨੂੰ ਬੁਲਾ ਕੇ ਦੱਸਾਂ ਕਿ ਮੇਰੇ ਪੇਟ ਵਿੱਚ ਦਰਦ ਹੋ ਰਿਹਾ ਹੈ। ਰਾਹੁਲ ਵੀ ਉਸੇ ਸਮੇਂ ਘਰ 'ਚ ਮੌਜੂਦ ਨਹੀਂ ਸੀ। ਮੈਂ ਲੰਮਾ ਸਮਾਂ ਇਸ ਦਰਦ ਨਾਲ ਜੂਝਦੀ ਰਹੀ। ਕਾਫੀ ਦੇਰ ਬਾਅਦ ਜਦੋਂ ਰਾਹੁਲ ਘਰ ਆਇਆ ਤਾਂ ਮੇਰੀ ਵਿਗੜਦੀ ਹਾਲਤ ਨੂੰ ਦੇਖ ਕੇ ਮੇਰੀ ਸਿਹਤ ਬਾਰੇ ਪੁੱਛਿਆ, ਕਿਉਂਕਿ ਮੇਰਾ ਚਿਹਰਾ ਬਿਲਕੁਲ ਪੀਲਾ ਹੋ ਚੁੱਕਾ ਸੀ। ਜਦੋਂ ਮੇਰੇ ਪਤੀ ਨੇ ਮੇਰੀ ਹਾਲਤ ਦੇਖੀ ਤਾਂ ਉਸ ਨੇ ਮੈਨੂੰ ਡਾਕਟਰ ਕੋਲ ਲੈ ਜਾਣ ਲਈ ਜ਼ੋਰ ਪਾਇਆ। ਮੈਂ ਡਾਕਟਰ ਕੋਲ ਨਹੀਂ ਜਾਣਾ ਚਾਹੁੰਦੀ ਸੀ। ਜਦੋਂ ਮੈਂ ਉਸ ਕੋਲੋਂ ਪੇਟ ਦਰਦ ਦੀ ਦਵਾਈ ਮੰਗੀ ਜੋ ਘਰ ਵਿੱਚ ਮੌਜੂਦ ਸੀ ਤਾਂ ਉਹ ਚੁੱਪ ਹੋ ਗਿਆ ਅਤੇ ਪੇਟ ਦਰਦ ਦੀ ਦਵਾਈ ਜੋ ਘਰ ਵਿੱਚ ਮੌਜੂਦ ਸੀ ਲਿਆ ਕੇ ਮੈਨੂੰ ਦੇ ਦਿੱਤੀ। ਪਰ ਦਵਾਈ ਤੋਂ ਬਾਅਦ ਵੀ ਮੇਰੇ ਦਰਦ ਤੋਂ ਰਾਹਤ ਨਹੀਂ ਮਿਲ ਰਹੀ ਸੀ। ਫਿਰ ਕੁਝ ਸਮੇਂ ਬਾਅਦ ਦਰਦ ਘੱਟ ਹੋਣ ਲੱਗਾ, ਪਰ ਇਹ ਪੂਰੀ ਤਰ੍ਹਾਂ ਬੰਦ ਨਹੀਂ ਹੋਇਆ। ਪਰ ਫਿਰ ਵੀ ਮੈਂ ਸੁੱਖ ਦਾ ਸਾਹ ਲਿਆ। 2-3 ਘੰਟੇ ਸ਼ਾਂਤੀ ਨਾਲ ਬੀਤ ਗਏ ਅਤੇ ਮੇਰੇ ਪਤੀ ਨੇ ਵੀ ਸੁੱਖ ਦਾ ਸਾਹ ਲਿਆ ਅਤੇ ਉਹ ਬੇਫਿਕਰ ਹੋ ਗਿਆ। ਸਾਰਿਆਂ ਨੇ ਇਕੱਠੇ ਰਾਤ ਦਾ ਖਾਣਾ ਖਾਧਾ, ਪਰ ਮੈਂ ਨਾਮ ਦੀ ਖਾਤਰ ਥੋੜਾ ਜਿਹਾ ਹੀ ਖਾਧਾ, ਕਿਉਂਕਿ ਮੈਨੂੰ ਅਜੇ ਵੀ ਥੋੜਾ ਜਿਹਾ ਦਰਦ ਮਹਿਸੂਸ ਹੋ ਰਿਹਾ ਹੈ। ਰਾਹੁਲ ਨੇ ਕਿਹਾ ਕਿ ਜੇਕਰ ਤੁਹਾਡੀ ਤਬੀਅਤ ਠੀਕ ਨਹੀਂ ਹੈ ਤਾਂ ਤੁਹਾਨੂੰ ਕਮਰੇ ਵਿੱਚ ਜਾ ਕੇ ਆਰਾਮ ਕਰਨਾ ਚਾਹੀਦਾ ਹੈ। ਮੈਂ ਵੀ ਝਟ ਉੱਠ ਕੇ ਕਮਰੇ ਵਿੱਚ ਆ ਗਈ, ਕਿਉਂਕਿ ਮੈਨੂੰ ਵੀ ਲੇਟਣ ਦਾ ਅਹਿਸਾਸ ਹੋਇਆ। ਮੈਨੂੰ ਲੇਟੇ ਹੋਏ ਕੁਝ ਮਿੰਟ ਹੀ ਹੋਏ ਸਨ ਜਦੋਂ ਅਚਾਨਕ ਮੇਰੇ ਪੇਟ ਵਿੱਚ ਤੇਜ਼ ਦਰਦ ਉੱਠਿਆ ਅਤੇ
ਅਤੇ ਮੈਂ ਚੀਕੀ। ਸਾਰੇ ਕਮਰੇ ਵਿੱਚ ਆ ਗਏ। ਰਾਹੁਲ ਮੇਰੀ ਹਾਲਤ ਦੇਖ ਕੇ ਚਿੰਤਤ ਹੋ ਗਿਆ। ਉਸ ਨੇ ਮੈਨੂੰ ਝਿੜਕਿਆ ਤੇ ਕਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੀ ਡਾਕਟਰ ਕੋਲ ਜਾਣ ਲਈ ਕਿਹਾ ਸੀ, ਪਰ ਤੁਸੀਂ ਨਹੀਂ ਮੰਨੇ। ਵਿਆਹ ਦਾ ਤੀਸਰਾ ਦਿਨ ਹੀ ਸੀ ਤੇ ਮੈਂ ਉਸ ਨਾਲ ਜਾਣ ਤੋਂ ਝਿਜਕ ਰਹੀ ਸੀ, ਪਰ ਰਾਹੁਲ ਨੇ ਮੇਰੀ ਗੱਲ ਨਾ ਸੁਣੀ ਅਤੇ ਮੈਨੂੰ ਤਿਆਰ ਹੋਣ ਲਈ ਕਿਹਾ ਅਤੇ ਖੁਦ ਤਿਆਰ ਹੋਣ ਲੱਗਾ। ਜਦੋਂ ਮੈਂ ਤਿਆਰ ਹੋ ਕੇ ਕਮਰੇ ਵਿੱਚ ਆਈ ਤਾਂ ਮੇਰੀ ਸੱਸ ਵੀ ਮੇਰੀ ਸਿਹਤ ਨੂੰ ਲੈ ਕੇ ਚਿੰਤਤ ਸੀ। ਉਸ ਨੇ ਸਾਨੂੰ ਅਸ਼ੀਰਵਾਦ ਦਿੱਤਾ ਅਤੇ ਸਾਨੂੰ ਦੋਵਾਂ ਨੂੰ ਡਾਕਟਰ ਕੋਲ ਭੇਜ ਦਿੱਤਾ। ਡਾਕਟਰ ਕੋਲ ਪਹੁੰਚ ਕੇ ਅਸੀਂ ਦੋਵੇਂ ਆਪਣੀ ਬਾਰੀ ਦੀ ਉਡੀਕ ਵਿੱਚ ਬੈਠ ਗਏ। ਹਸਪਤਾਲ ਵਿੱਚ ਵੱਖ-ਵੱਖ ਤਰ੍ਹਾਂ ਦੇ ਮਰੀਜ਼ ਆ ਰਹੇ ਸਨ। ਕੁਝ ਹਸਪਤਾਲ ਵਿੱਚ ਆ ਕੇ ਖੁਸ਼ ਸਨ, ਜਦੋਂ ਕਿ ਕੁਝ ਆਪਣੇ ਪਿਆਰ ਲਈ ਰੱਬ ਅੱਗੇ ਪ੍ਰਾਰਥਨਾ ਕਰ ਰਹੇ ਸਨ। ਹੁਣ ਮੇਰੇ ਪੇਟ ਵਿੱਚ ਦਰਦ ਇੰਨਾ ਤੇਜ਼ ਸੀ ਕਿ ਮੈਂ ਬੈਠ ਵੀ ਨਹੀਂ ਸਕਦੀ ਸੀ। ਮੈਂ ਰਾਹੁਲ ਨੂੰ ਦਰਦ ਬਾਰੇ ਦੱਸਣ ਲੱਗੀ ਕਿ ਮੈਨੂੰ ਕਿਸੇ ਪਲ ਵੀ ਆਰਾਮ ਨਹੀਂ ਮਿਲ ਰਿਹਾ ਸੀ। ਬੇਚੈਨੀ ਵੱਧਦੀ ਜਾ ਰਹੀ ਸੀ। ਰਾਹੁਲ ਮੇਰੀ ਵਿਗੜਦੀ ਸਿਹਤ ਨੂੰ ਦੇਖ ਕੇ ਫਿਕਰਮੰਦ ਹੋ ਰਿਹਾ ਸੀ। ਜਦੋਂ ਮੇਰੀ ਤਬੀਅਤ ਵਿਗੜ ਗਈ ਤਾਂ ਮੇਰੀ ਬਾਰੀ ਦਾ ਇੰਤਜ਼ਾਰ ਕੀਤੇ ਬਿਨਾਂ ਉਹ ਡਾਕਟਰ ਕੋਲ ਗਿਆ ਅਤੇ ਉਸ ਨਾਲ ਗੱਲ ਕੀਤੀ। ਡਾਕਟਰ ਮੈਨੂੰ ਤੁਰੰਤ ਐਮਰਜੈਂਸੀ ਰੂਮ ਵਿੱਚ ਲੈ ਗਿਆ ਅਤੇ ਮੇਰੀ ਜਾਂਚ ਸ਼ੁਰੂ ਕਰ ਦਿੱਤੀ। ਉਸ ਨੇ ਪੁੱਛਿਆ ਕਿ ਦਰਦ ਕਿੱਥੇ ਹੈ। ਇਸ ਲਈ ਮੈਂ ਉਸ ਨੂੰ ਆਪਣੇ ਪੇਟ ਦੇ ਉਸ ਹਿੱਸੇ ਦਾ ਹੱਥ ਰੱਖ ਕੇ ਦੱਸਿਆ ਜਿੱਥੇ ਦਰਦ ਹੋ ਰਿਹਾ ਸੀ। ਡਾਕਟਰ ਇਹ ਸਮਝਣ ਵਿੱਚ ਅਸਮਰਥ ਸੀ ਕਿ ਮੇਰੇ ਪੇਟ ਵਿੱਚ ਦਰਦ ਕਿਉਂ ਸੀ, ਪਰ ਉਸਨੇ ਫਿਰ ਵੀ ਸਾਨੂੰ ਕੁਝ ਦਵਾਈਆਂ ਦਿੱਤੀਆਂ ਅਤੇ ਸਾਨੂੰ ਘਰ ਭੇਜ ਦਿੱਤਾ। ਘਰ ਆ ਕੇ ਮੈਂ ਦਵਾਈ ਲੈ ਲਈ ਤੇ ਮੈਂ ਕੁਝ ਰਾਹਤ ਮਹਿਸੂਸ ਕੀਤੀ ਅਤੇ ਸੌਂ ਗਈ। ਸਵੇਰੇ ਤੱਕ ਦਰਦ ਪੂਰੀ ਤਰ੍ਹਾਂ ਖਤਮ ਹੋ ਗਿਆ ਸੀ। ਮੈਂ ਪਹਿਲਾਂ ਵਾਂਗ ਫਿੱਟ ਹੋ ਗਈ ਸੀ, ਪਰ ਸ਼ਾਮ ਤੱਕ ਮੇਰੀ ਸਿਹਤ ਫਿਰ ਵਿਗੜ ਗਈ ਅਤੇ ਮੈਨੂੰ ਦੁਬਾਰਾ ਹਸਪਤਾਲ ਲਿਜਾਇਆ ਗਿਆ। ਇਸ ਵਾਰ ਡਾਕਟਰ ਨੇ ਮੈਨੂੰ ਅਲਟਰਾਸਾਊਂਡ ਕਰਵਾਉਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਅਲਟਰਾਸਾਊਂਡ ਦੀ ਰਿਪੋਰਟ ਦੇਖ ਕੇ ਹੀ ਕੁਝ ਪਤਾ ਲੱਗ ਸਕਦਾ ਹੈ ਅਤੇ ਇਹ ਵੀ ਕਿਹਾ ਕਿ ਹੁਣੇ ਹੀ ਅਲਟਰਾਸਾਊਂਡ ਕਰਵਾਓ। ਕੁਝ ਸਮੇਂ ਬਾਅਦ ਮੇਰਾ ਅਲਟਰਾਸਾਊਂਡ ਹੋਇਆ। ਅਲਟਰਾਸਾਊਂਡ ਦੀ ਰਿਪੋਰਟ ਆਉਣ ਵਿੱਚ ਅਜੇ ਕੁਝ ਸਮਾਂ ਬਾਕੀ ਸੀ। ਮੇਰੀ ਸਿਹਤ ਵਿਗੜਨ ਲੱਗੀ। ਉਸ ਸਮੇਂ ਮੈਨੂੰ ਦੁਬਾਰਾ ਐਮਰਜੈਂਸੀ ਵਿੱਚ ਲਿਜਾਇਆ ਗਿਆ ਅਤੇ ਡਾਕਟਰ ਨੇ ਦੁਬਾਰਾ ਮੈਨੂੰ ਦਰਦ ਘਟਾਉਣ ਲਈ ਇੱਕ ਟੀਕਾ ਦਿੱਤਾ। ਕੁਝ ਦੇਰ ਬਾਅਦ ਅਲਟਰਾਸਾਊਂਡ ਦੀ ਰਿਪੋਰਟ ਆਈ ਤਾਂ ਡਾਕਟਰ ਅਲਟਰਾਸਾਊਂਡ ਦੀ ਰਿਪੋਰਟ ਲੈ ਕੇ ਮੇਰੇ ਕੋਲ ਖੜਾ ਸੀ। ਰਾਹੁਲ ਵੀ ਉੱਥੇ ਹੀ ਬੈਠਾ ਸੀ। ਮੈਂ ਹਸਪਤਾਲ ਦੇ ਬੈੱਡ ਤੇ ਲੇਟੀ ਹੋਈ ਸੀ। ਅਲਟਰਾਸਾਊਂਡ ਦੀ ਰਿਪੋਰਟ ਦੇਖ ਕੇ ਡਾਕਟਰ ਹੈਰਾਨ ਰਹਿ ਗਿਆ। ਉਹ ਕਾਫੀ ਦੇਰ ਤੱਕ ਰਿਪੋਰਟ ਦੇਖਦੀ ਰਹੀ, ਪਰ ਕੁਝ ਨਾ ਬੋਲੀ। ਆਖਰਕਾਰ ਰਾਹੁਲ ਨੇ ਹੀ ਡਾਕਟਰ ਨੂੰ ਪੁੱਛਿਆ ਕਿ ਰਿਪੋਰਟ ਵਿੱਚ ਕੀ ਹੈ, ਤਾਂ ਡਾਕਟਰ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਅਤੇ ਰਾਹੁਲ ਵੀ ਹੰਝੂ ਭਰੀਆਂ ਅੱਖਾਂ ਨਾਲ ਡਾਕਟਰ ਵੱਲ ਦੇਖਣ ਲੱਗਾ। ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਡਾਕਟਰ ਕੀ ਕਹਿ ਰਹੀ ਸੀ? ਇੱਕ ਪਲ ਲਈ ਤਾਂ ਡਾਕਟਰ ਦੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ ਅਤੇ ਰਾਹੁਲ ਵੀ ਹੰਝੂ ਭਰੀਆਂ ਅੱਖਾਂ ਨਾਲ ਡਾਕਟਰ ਵੱਲ ਦੇਖਦਾ ਰਿਹਾ। ਮੈਨੂੰ ਆਪਣੇ ਕੰਨਾਂ ਤੇ ਵਿਸ਼ਵਾਸ ਨਹੀਂ ਹੋ ਰਿਹਾ ਸੀ। ਡਾਕਟਰ ਕੀ ਕਹਿ ਰਹੀ ਸੀ? ਇੱਕ ਪਲ ਲਈ ਤਾਂ ਮੈਨੂੰ ਡਾਕਟਰ ਦੀ ਗੱਲ ਸਮਝ ਨਹੀਂ ਆਈ ਅਤੇ ਕੁਝ ਦੇਰ ਬਾਅਦ ਜਦੋਂ ਮੈਨੂੰ ਡਾਕਟਰ ਦੀ ਗੱਲ ਸਮਝ ਆਈ ਤਾਂ ਮੇਰੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ। ਮੇਰੀ ਹਾਲਤ ਇਹ ਹੋ ਗਈ ਸੀ ਕਿ ਕੱਟਦੀ ਤਾਂ ਖੂਨ ਨਹੀਂ ਨਿਕਲਦਾ। ਪਹਿਲਾਂ ਰਾਹੁਲ ਅੱਖਾਂ ਪਾੜ ਕੇ ਡਾਕਟਰ ਨੂੰ ਦੇਖਦਾ ਰਿਹਾ। ਉਸ ਤੋਂ ਬਾਅਦ ਉਸ ਨੇ ਮੇਰੇ ਵੱਲ ਅਜਿਹੀਆਂ ਨਜ਼ਰਾਂ ਨਾਲ ਦੇਖਿਆ ਕਿ ਮੈਨੂੰ ਡਰ ਸੀ ਕਿ ਜ਼ਮੀਨ ਫਟ ਜਾਵੇਗੀ ਅਤੇ ਮੈਂ ਉਸ ਵਿੱਚ ਸਮਾਂ ਜਾਵਾਂਗੀ। ਮੈਂ ਰਾਹੁਲ ਦੀਆਂ ਅੱਖਾਂ ਵਿੱਚ ਅਵਿਸ਼ਵਾਸ ਸਾਫ਼ ਦੇਖ ਸਕਦੀ ਸੀ। ਉਹ ਮੇਰੇ ਵੱਲ ਇਸ ਤਰ੍ਹਾਂ ਦੇਖ ਰਿਹਾ ਸੀ ਜਿਵੇਂ ਮੈਂ ਚੋਰ ਹੋਵਾਂ ਅਤੇ ਮੈਂ ਸਥਿਤੀ ਨੂੰ ਸਮਝਣ ਦੀ ਕੋਸ਼ਿਸ਼ ਕਰ ਰਹੀ ਸੀ। ਮੈਂ ਡਾਕਟਰ ਦੀ ਗੱਲ ਦੇ ਜਵਾਬ ਵਿੱਚ ਕੀ ਕਹਾਂ ਜਾਂ ਆਪਣੇ ਪਤੀ ਰਾਹੁਲ ਨੂੰ ਕੀ ਜਵਾਬ ਦੇਵਾਂ, ਜਿਵੇਂ ਮੇਰਾ ਮਨ ਸੁੰਨ ਹੋ ਗਿਆ ਹੋਵੇ। ਮੇਰੀ ਦੁਨੀਆ ਪਲਾਂ ਵਿੱਚ ਹੀ ਉਲਟ ਗਈ ਸੀ। ਡਾਕਟਰ ਨੇ ਕਿਹਾ ਕਿ ਕੁਝ ਦਿਨ ਪਹਿਲਾਂ ਹੀ ਤੁਸੀਂ ਗਰਭਪਾਤ ਕਰਵਾਇਆ ਹੈ, ਜਿਸ ਕਾਰਨ ਤੁਹਾਨੂੰ ਪੇਟ ਦਰਦ ਹੋ ਰਿਹਾ ਹੈ। ਮੇਰੇ ਵਿਆਹ ਨੂੰ 3 ਦਿਨ ਹੀ ਹੋਏ ਸਨ। ਇਹ ਕਿਵੇਂ ਸੰਭਵ ਹੋ ਸਕਦਾ ਸੀ? ਜਦੋਂ ਰਾਹੁਲ ਨੇ ਡਾਕਟਰ ਨੂੰ ਦੱਸਿਆ ਕਿ ਸਾਡੇ ਵਿਆਹ ਨੂੰ ਸਿਰਫ 3 ਦਿਨ ਹੀ ਹੋਏ ਹਨ ਤਾਂ ਡਾਕਟਰ ਹੈਰਾਨ ਹੋ ਗਈ ਅਤੇ ਮੇਰੇ ਵੱਲ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖਣ ਲੱਗੀ, ਜਿਵੇਂ ਮੈਂ ਕਿੰਨਾ ਵੱਡਾ ਪਾਪ ਕੀਤਾ ਹੋਵੇ। ਡਾਕਟਰ ਨੇ ਰਾਹੁਲ ਨੂੰ ਕਿਹਾ ਕਿ ਉਹ ਇਸ ਬਾਰੇ ਆਪਣੀ ਪਤਨੀ ਨੂੰ ਪੁੱਛ ਲਵੇ। ਪਤਾ ਨਹੀਂ ਕਿੱਥੇ ਮੂੰਹ ਕਾਲਾ ਕਰਕੇ ਆਈ ਹੈ। ਡਾਕਟਰ ਦੇ ਮੂੰਹੋਂ ਆਪਣੇ ਲਈ ਇਹ ਸ਼ਬਦ ਸੁਣ ਕੇ ਮੈਂ ਸਾਰਾ ਕਮਰਾ ਘੁੰਮਦਾ ਮਹਿਸੂਸ ਕੀਤਾ। ਰਾਹੁਲ ਖੂਨ ਨਾਲ ਭਰੀਆਂ ਅੱਖਾਂ ਨਾਲ ਮੇਰੇ ਵੱਲ ਦੇਖ ਰਿਹਾ ਸੀ ਅਤੇ ਮੈਂ ਦੋਸ਼ੀ ਨਾ ਹੋਣ ਦੇ ਬਾਵਜੂਦ ਉਸ ਅੱਗੇ ਸਿਰ ਝੁਕਾ ਕੇ ਬੈਠੀ ਸੀ। ਹਸਪਤਾਲ ਵਿੱਚ ਮੌਜੂਦ ਹੋਰ ਨਰਸਾਂ ਵੀ ਮੇਰੇ ਵੱਲ ਦੇਖ ਰਹੀਆਂ ਸਨ ਅਤੇ ਇੱਕ ਦੂਜੇ ਦੇ ਕੰਨਾਂ ਵਿੱਚ ਘੁਸਰ-ਮੁਸਰ ਕਰ ਰਹੀਆਂ ਸਨ। ਡਾਕਟਰ ਮੇਰੇ ਵੱਲ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖ ਰਹੀ ਸੀ। ਰਾਹੁਲ ਕਾਫੀ ਦੇਰ ਤੱਕ ਜ਼ਮੀਨ ਵੱਲ ਦੇਖਦਾ ਬੈਠਾ ਰਿਹਾ। ਮੈਂ ਆਪਣੇ ਬਚਾਅ ਵਿੱਚ ਇੱਕ ਵੀ ਸ਼ਬਦ ਨਹੀਂ ਬੋਲ ਸਕੀ, ਕਿਉਂਕਿ ਡਾਕਟਰ ਨੇ ਮੈਨੂੰ ਕੁਝ ਕਹਿਣ ਲਈ ਛੱਡਿਆ ਹੀ ਕਿੱਥੇ ਸੀ। ਉਸਨੇ ਸਿੱਧੇ ਹੀ ਮੇਰੇ ਉੱਪਰ ਦਾਗ ਲਗਾ ਦਿੱਤਾ। ਮੈਂ ਹੈਰਾਨ ਬੈਠੀ ਸੀ
ਇੱਕ ਅਪਰਾਧੀ ਨਾ ਹੋਣ ਦੇ ਬਾਵਜੂਦ ਮੈਂ ਆਪਣੇ ਪਤੀ ਦੀਆਂ ਅੱਖਾਂ ਵਿੱਚ ਵੇਖਣ ਤੋਂ ਅਸਮਰਥ ਸੀ। ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਆਪਣੀ ਬੇਗੁਨਾਹੀ ਬਾਰੇ ਸਾਰਿਆਂ ਨੂੰ ਕਿਵੇਂ ਯਕੀਨ ਦਿਵਾਵਾਂ। ਮੈਨੂੰ ਉਸ ਸਮੇਂ ਆਪਣੀ ਮਾਂ ਦੀਆਂ ਗੱਲਾਂ ਯਾਦ ਆਉਣ ਲੱਗੀਆਂ ਜਦੋਂ ਉਹ ਮੇਰੀ ਘੱਟ ਬੋਲਣ ਦੀ ਆਦਤ ਤੋਂ ਪਰੇਸ਼ਾਨ ਹੋ ਜਾਂਦੀ ਸੀ। ਮੈਂ ਇਹ ਵੀ ਜਾਣਦੀ ਸੀ ਕਿ ਮੇਰੇ ਵਿੱਚ ਆਤਮ ਵਿਸ਼ਵਾਸ ਦੀ ਬਹੁਤ ਕਮੀ ਹੈ। ਮੈਨੂੰ ਨਹੀਂ ਪਤਾ ਕਿ ਆਪਣੇ ਲਈ ਕਿਵੇਂ ਬੋਲਣਾ ਹੈ ਅਤੇ ਅੱਜ ਅਜਿਹਾ ਖਾਸ ਮੌਕਾ ਸੀ। ਮੇਰੇ ਚਰਿੱਤਰ ਦੀ ਚਰਚਾ ਹੋ ਰਹੀ ਸੀ ਅਤੇ ਚਿੱਕੜ ਸੁੱਟਿਆ ਜਾ ਰਿਹਾ ਸੀ। ਇਸ ਲਈ ਮੇਰੇ ਬੁੱਲ੍ਹ ਸੀਲ ਹੋ ਗਏ ਸਨ। ਇੰਜ ਲੱਗਦਾ ਸੀ ਜਿਵੇਂ ਮੇਰਾ ਮਨ ਪੂਰੀ ਤਰ੍ਹਾਂ ਸੌਂ ਗਿਆ ਹੋਵੇ। ਅੱਜ ਮੈਂ ਆਪਣੀ ਮਾਂ ਦੀ ਅਣਹੋਂਦ ਮਹਿਸੂਸ ਕਰ ਰਹੀ ਸੀ ਕਿ ਮੈਂ ਆਪਣੇ ਲਈ ਬੋਲਣਾ ਕਿਉਂ ਨਹੀਂ ਸਿੱਖਿਆ। ਕੁਝ ਦੇਰ ਬਾਅਦ ਇੱਕ ਨਰਸ ਆਈ ਅਤੇ ਮੈਨੂੰ ਬੋਤਲ ਲਗਾ ਦਿੱਤੀ ਜੋ ਮੇਰੇ ਪੇਟ ਦਾ ਦਰਦ ਬੰਦ ਹੋ ਸਕੇ। ਇਹ ਬੋਤਲ ਲਗਭਗ 2 ਘੰਟਿਆਂ ਵਿੱਚ ਖਤਮ ਹੋ ਗਈ ਅਤੇ ਮੈਂ ਇਹ 2 ਘੰਟੇ ਕੰਡਿਆਂ ਤੇ ਬਿਤਾਏ ਸਨ। ਰਾਹੁਲ ਸਾਹਮਣੇ ਜ਼ਮੀਨ ਤੇ ਅੱਖਾਂ ਟਿਕਾਈ ਬੈਠਾ ਸੀ ਅਤੇ ਹੁਣ ਤੱਕ ਮੈਂ ਡਾਕਟਰ ਦੀ ਇਸ ਗੱਲ ਤੋਂ ਹੈਰਾਨ ਸੀ। ਮੈਂ ਕਦੇ ਗਰਭਵਤੀ ਨਹੀਂ ਸੀ, ਫਿਰ ਡਾਕਟਰ ਇੰਨੀ ਵੱਡੀ ਗੱਲ ਕਿਵੇਂ ਕਹਿ ਸਕਦਾ ਸੀ। ਜਦੋਂ ਛੁੱਟੀ ਹੋਈ ਤਾਂ ਰਾਹੁਲ ਮੈਨੂੰ ਘਰ ਲੈ ਗਿਆ। ਮੈਂ ਡਗਮਗਾ ਰਹੀ ਸੀ। ਮੈਂ ਆਪਣੇ ਪਤੀ ਦੀਆਂ ਲਾਲ ਅੱਖਾਂ ਅਤੇ ਉਸਦੇ ਮੱਥੇ ਤੇ ਤਿਉੜੀਆਂ ਦੇਖ ਕੇ ਡਰੀ ਹੋਈ ਮਹਿਸੂਸ ਕਰ ਰਹੀ ਸੀ। ਗਰਭਵਤੀ ਹੋਣਾ ਤਾਂ ਬਹੁਤ ਦੂਰ ਦੀ ਗੱਲ ਸੀ। ਮੇਰੇ ਪਤੀ ਤੋਂ ਇਲਾਵਾ ਮੈਂ ਕਦੇ ਕਿਸੇ ਨੂੰ ਛੂਹਿਆ ਨਹੀਂ ਸੀ। ਮੈਂ ਬਿਲਕੁਲ ਸ਼ੁੱਧ ਸੀ ਅਤੇ ਡਾਕਟਰ ਇਹ ਕਿਵੇਂ ਕਹਿ ਸਕਦੇ ਸਨ। ਇਹ ਸੋਚ ਕੇ ਮੇਰਾ ਸਿਰ ਦੁਖਣ ਲੱਗਾ। ਰਾਹੁਲ ਮੈਨੂੰ ਘਸੀਟ ਕੇ ਘਰ ਲੈ ਗਿਆ। ਮੈਂ ਆਪਣੇ ਕਮਰੇ ਵਿੱਚ ਚਲੀ ਗਈ ਅਤੇ ਰਾਹੁਲ ਸਿੱਧਾ ਆਪਣੀ ਮਾਂ ਦੇ ਕਮਰੇ ਵਿੱਚ ਚਲਾ ਗਿਆ। ਉਸਨੇ ਮੈਨੂੰ ਇਸ ਬਾਰੇ ਇੱਕ ਸ਼ਬਦ ਵੀ ਨਹੀਂ ਪੁੱਛਿਆ। ਸ਼ਾਇਦ ਉਸਨੇ ਡਾਕਟਰ ਦੀ ਗੱਲ ਮੰਨ ਲਈ ਸੀ। ਮੈਨੂੰ ਇੱਕ ਵਾਰ ਵੀ ਆਪਣੇ ਆਪ ਨੂੰ ਸਮਝਾਉਣ ਦਾ ਮੌਕਾ ਨਹੀਂ ਦਿੱਤਾ ਗਿਆ। ਮੈਂ ਆਪਣੇ ਕਮਰੇ ਵਿੱਚ ਬੈਠੀ ਇਹ ਸੋਚ ਰਹੀ ਸੀ ਅਤੇ ਚਿੰਤਾ ਵਿੱਚ ਸੀ ਕਿ ਅੱਗੇ ਕੀ ਹੋਵੇਗਾ। ਮੈਂ ਇਸੇ ਉਲਝਣ ਵਿੱਚ ਬੈਠੀ ਸੀ ਅਤੇ ਹੰਝੂ ਵਹਾ ਰਹੀ ਸੀ ਜਦੋਂ ਅਚਾਨਕ ਕਮਰੇ ਦਾ ਦਰਵਾਜ਼ਾ ਖੁੱਲ੍ਹਿਆ ਅਤੇ ਰਾਹੁਲ ਅਤੇ ਉਸ ਦੀ ਮਾਂ ਕਮਰੇ ਵਿੱਚ ਦਾਖਲ ਹੋਏ। ਅਤੇ ਜਿਵੇਂ ਹੀ ਉਹ ਕਮਰੇ ਵਿੱਚ ਆਇਆ, ਰਾਹੁਲ ਦੀ ਮਾਂ ਨੇ ਮੈਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਕਿ ਇਹ ਕਿਹੋ ਜਿਹੀ ਚਰਿੱਤਰਹੀਨ ਨੂੰਹ ਸਾਡੇ ਪੱਲੇ ਪੈ ਗਈ ਹੈ। ਉਸ ਨੇ ਮੇਰੇ ਮਾਤਾ-ਪਿਤਾ ਨੂੰ ਮੇਰੇ ਸਾਹਮਣੇ ਬੁਲਾਇਆ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਸੁਣਾਈਆਂ ਅਤੇ ਉਹਨਾਂ ਨੂੰ ਆਪਣੀ ਧੀ ਨੂੰ ਲੈ ਕੇ ਜਾਣ ਲਈ ਵੀ ਕਿਹਾ। ਉਹ ਅਜਿਹੀ ਨਿਕੰਮੀ ਤੇ ਚਰਿੱਤਰਹੀਨ ਨੂੰਹ ਨੂੰ ਆਪਣੇ ਘਰ ਨਹੀਂ ਰੱਖ ਸਕਦੇ। ਰਾਹੁਲ ਇਸ ਮਾਮਲੇ 'ਚ ਪੂਰੀ ਤਰ੍ਹਾਂ ਚੁੱਪ ਰਹੇ। ਉਹ ਚੁੱਪਚਾਪ ਆਪਣੀ ਮਾਂ ਤੇ ਮੇਰੇ ਮੰਮੀ ਪਾਪਾ ਦੀਆਂ ਗੱਲਾਂ ਸੁਣ ਰਿਹਾ ਸੀ। ਇੰਜ ਲੱਗਦਾ ਸੀ ਜਿਵੇਂ ਮੇਰੀ ਰੂਹ ਅੰਦਰੋਂ ਚੀਕ ਰਹੀ ਹੋਵੇ। ਮੈਂ ਆਪਣੇ ਬਚਾਅ ਵਿੱਚ ਕੁਝ ਕਹਿਣਾ ਚਾਹੁੰਦੀ ਸੀ ਪਰ ਮੇਰੇ ਮੂੰਹੋਂ ਕੁਝ ਨਹੀਂ ਨਿਕਲ ਰਿਹਾ ਸੀ। ਹਾਂ, ਮੇਰੀਆਂ ਅੱਖਾਂ ਵਿੱਚੋਂ ਹੰਝੂ ਵਹਿ ਰਹੇ ਸਨ। ਕਿਸੇ ਨੇ ਮੈਨੂੰ ਇੱਕ ਵੀ ਸ਼ਬਦ ਨਹੀਂ ਪੁੱਛਿਆ ਸੀ ਅਤੇ ਮੈਨੂੰ ਤੁਰੰਤ ਆਪਣਾ ਫੈਸਲਾ ਸੁਣਾ ਦਿੱਤਾ ਸੀ। ਪਰ ਇਸ ਸਮੇਂ ਮੈਨੂੰ ਆਪਣੀ ਕੋਈ ਪਰਵਾਹ ਨਹੀਂ ਸੀ। ਮੈਨੂੰ ਸਭ ਤੋਂ ਵੱਧ ਚਿੰਤਾ ਆਪਣੇ ਮਾਤਾ-ਪਿਤਾ ਦੀ ਸੀ। ਇਹ ਸਭ ਸੁਣ ਕੇ ਉਹਨਾਂ ਦੇ ਦਿਲਾਂ ਤੇ ਕੀ ਬੀਤਦੀ ਹੋਵੇਗੀ। ਮੈਨੂੰ ਪਤਾ ਸੀ ਕਿ ਮੇਰੇ ਪਿਤਾ ਨੇ ਮੇਰੇ ਵਿਆਹ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕੀਤਾ ਸੀ। ਉਸ ਨੇ ਕਿੰਨੀਆਂ ਥਾਵਾਂ ਤੋਂ ਕਰਜ਼ਾ ਲਿਆ। ਕਰਜ਼ਾ ਚੁਕਾਉਣਾ ਤਾਂ ਦੂਰ ਦੀ ਗੱਲ ਸੀ, ਹੁਣ ਤੱਕ ਉਹਨਾਂ ਨੂੰ ਇਹ ਵੀ ਪਤਾ ਨਹੀਂ ਸੀ ਕਿ ਕਿੰਨਾ ਕਰਜ਼ਾ ਚੜ੍ਹ ਗਿਆ ਹੈ। ਵਿਆਹ ਦੇ ਤੀਜੇ ਦਿਨ ਹੀ ਡਰਾਮਾ ਹੋ ਗਿਆ। ਮੇਰੀ ਸੱਸ ਲਗਾਤਾਰ ਮੇਰੇ ਬਾਰੇ ਗੱਲਾਂ ਕਰ ਰਹੀ ਸੀ ਅਤੇ ਮੇਰੇ ਲਈ ਇੱਕ ਅਪਸ਼ਬਦ ਵਰਤ ਰਹੀ ਸੀ। ਰਾਹੁਲ ਦੀਆਂ ਅੱਖਾਂ 'ਚ ਖੂਨ ਸੀ। ਉਹ ਮੇਰੇ ਵੱਲ ਨਫ਼ਰਤ ਅਤੇ ਗੁੱਸੇ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਉਹ ਮੈਨੂੰ ਤਲਾਕ ਦੇਣ ਲਈ ਤਿਆਰ ਸੀ। ਬਸ ਮੇਰੇ ਮੰਮੀ ਡੈਡੀ ਦੀ ਉਡੀਕ ਸੀ। ਮੈਂ ਡਰ ਗਈ, ਕਿਸੇ ਮੁਜਰਿਮ ਵਾਂਗ ਕੋਨੇ ਵਿੱਚ ਖੜੀ ਸੀ। ਮੇਰੀ ਸੱਸ ਰੱਬ ਦਾ ਸ਼ੁਕਰਾਨਾ ਹੀ ਕਰ ਰਹੀ ਸੀ ਕਿ ਜਲਦੀ ਹੀ ਮੇਰੀ ਸੱਚਾਈ ਉਹਨਾਂ ਦੇ ਸਾਹਮਣੇ ਆ ਗਈ ਅਤੇ ਉਹਨਾਂ ਨੇ ਮੇਰੀ ਜਾਨ ਬਚਾਈ। ਕੁਝ ਸਮੇਂ ਬਾਅਦ ਮੇਰੇ ਮਾਪੇ ਉਦਾਸ ਹਾਲਤ ਵਿੱਚ ਮੇਰੇ ਸਹੁਰੇ ਘਰ ਪਹੁੰਚੇ। ਉਸ ਸਮੇਂ ਅਸੀਂ ਸਾਰੇ ਹਾਲ ਵਿੱਚ ਮੌਜੂਦ ਸੀ। ਲੋਕ ਹਰ ਪਾਸਿਓਂ ਮੈਨੂੰ ਤਾਨੇ ਮਾਰ ਰਹੇ ਸਨ। ਉੱਥੇ ਮੌਜੂਦ ਹਰ ਵਿਅਕਤੀ ਚੁੱਪ ਸੀ ਅਤੇ ਮੇਰੇ ਵੱਲ ਨਫ਼ਰਤ ਭਰੀਆਂ ਨਜ਼ਰਾਂ ਨਾਲ ਦੇਖ ਰਿਹਾ ਸੀ। ਮੈਂ ਤਾਂ ਇੱਕ ਕੋਨੇ ਵਿੱਚ ਖੜੀ ਸੀ ਤੇ ਰੋਣਾ ਆ ਰਿਹਾ ਸੀ। ਮੈਂ ਤਾਂ ਰੋਣਾ ਚਾਹੁੰਦੀ ਸੀ। ਇਸ ਤੋਂ ਇਲਾਵਾ ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਕੀ ਕਰਾਂ। ਰਾਹੁਲ ਦੀ ਮਾਸੀ ਵੀ ਮੈਨੂੰ ਬਦਮਾਸ਼ ਅਤੇ ਚਰਿੱਤਰਹੀਨ ਕਹਿ ਰਹੀ ਸੀ ਅਤੇ ਮੇਰੀ ਸੱਸ ਨੂੰ ਕਹਿ ਰਹੀ ਸੀ ਕਿ ਉਸਨੇ ਅਜਨਬੀਆਂ ਨਾਲ ਵਿਆਹ ਨਾ ਕਰਨ ਦੀ ਸਖਤ ਮਨਾਹੀ ਕੀਤੀ ਸੀ। ਪਰ ਤੁਸੀਂ ਮੇਰੀ ਇੱਕ ਨਾ ਸੁਣੀ ਅਤੇ ਆਪਣੇ ਪੁੱਤਰ ਦਾ ਵਿਆਹ ਅਜਨਬੀਆਂ ਨਾਲ ਕਰਵਾ ਦਿੱਤਾ। ਰਾਹੁਲ ਦੀ ਮਾਸੀ ਇਸ ਵਿਆਹ ਦੇ ਵਿਰੁੱਧ ਸੀ ਕਿਉਂਕਿ ਉਹ ਚਾਹੁੰਦੀ ਸੀ ਕਿ ਰਾਹੁਲ ਉਸ ਦੀ ਮਰਜ਼ੀ ਅਨੁਸਾਰ ਵਿਆਹ ਕਰਵਾਵੇ। ਪਰ ਮੇਰੀ ਸੱਸ ਇਸ ਗੱਲ ਤੇ ਅੜੀ ਹੋਈ ਸੀ
ਕਿ ਰਾਹੁਲ ਆਪਣੀ ਮਰਜ਼ੀ ਨਾਲ ਵਿਆਹ ਕਰਵਾਵੇਗਾ। ਇਸ ਕਾਰਨ ਦੋਵੇਂ ਭੈਣਾਂ ਆਪਸ ਵਿੱਚ ਆਮੋ ਸਾਹਮਣੇ ਸਨ ਅਤੇ ਹੁਣ ਰਾਹੁਲ ਦੀ ਮਾਸੀ ਨੂੰ ਮੇਰੀ ਸੱਸ ਨੂੰ ਗਲਤ ਸਾਬਤ ਕਰਨ ਦਾ ਮੌਕਾ ਮਿਲ ਗਿਆ। ਜਿਵੇਂ ਹੀ ਮੇਰੇ ਮਾਤਾ ਪਿਤਾ ਹਾਲ ਵਿੱਚ ਕਦਮ ਰੱਖਦੇ ਸਨ, ਮੈਂ ਉਹਨਾਂ ਕੋਲ ਭੱਜੀ ਅਤੇ ਉਹਨਾਂ ਨੂੰ ਜੱਫੀ ਪਾ ਕੇ ਰੋਣ ਲੱਗ ਪਈ। ਮੰਮੀ ਨੇ ਮੈਨੂੰ ਸ਼ਾਂਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਮੇਰਾ ਰੋਣਾ ਹੋਰ ਵੀ ਵੱਧ ਗਿਆ। ਇੰਨੇ ਘੰਟਿਆਂ ਤੋਂ ਚੱਲੀ ਆ ਰਹੀ ਕਿਆਮਤ ਹੁਣ ਹੰਝੂਆਂ ਦੇ ਰੂਪ ਵਿੱਚ ਬਾਹਰ ਆਉਣ ਲੱਗੀ ਸੀ। ਮੇਰੀ ਸੱਸ ਨੇ ਮੇਰੇ ਮਾਤਾ ਪਿਤਾ ਨੂੰ ਆਪਣੇ ਸਾਹਮਣੇ ਬਿਠਾਇਆ ਅਤੇ ਉਹਨਾਂ ਨੂੰ ਬਹੁਤ ਸਾਰੀਆਂ ਗੱਲਾਂ ਸੁਣਾਈਆਂ। ਉਹਨਾਂ ਨੇ ਆਪਣੀ ਬਦਚਲਨ ਅਤੇ ਅਵਾਰਾ ਧੀ ਸਾਡੇ ਮੱਥੇ ਕਿਉਂ ਮਾਰੀ। ਮੇਰੀ ਮਾਂ ਮੇਰੇ ਚਰਿੱਤਰ ਦੀਆਂ ਸਹੁੰ ਖਾ ਰਹੀ ਸੀ ਅਤੇ ਮੇਰੇ ਪਿਤਾ ਦਾ ਸਿਰ ਝੁਕ ਗਿਆ ਸੀ। ਉਸ ਸਮੇਂ ਮੇਰੇ ਪਿਤਾ ਜੀ ਮੈਨੂੰ ਹੋਰ ਵੀ ਕਮਜ਼ੋਰ ਅਤੇ ਬੁੱਢੇ ਦਿਖਾਈ ਦਿੱਤੇ। ਮੇਰੀ ਮਾਂ ਮੇਰੀ ਸੱਸ ਅਤੇ ਮੇਰੇ ਪਤੀ ਨੂੰ ਭਰੋਸਾ ਦੇ ਰਹੀ ਸੀ ਕਿ ਕੋਈ ਗਲਤਫਹਿਮੀ ਜ਼ਰੂਰ ਹੋਈ ਹੋਵੇਗੀ। ਉਸ ਦੀ ਧੀ ਬਿਲਕੁਲ ਵੀ ਅਜਿਹੀ ਨਹੀਂ ਹੈ। ਪਰ ਉਹ ਲੋਕ ਕੋਈ ਵੀ ਗੱਲ ਸੁਣਨ ਲਈ ਤਿਆਰ ਨਹੀਂ ਸਨ ਅਤੇ ਨਾ ਹੀ ਕੋਈ ਸਪਸ਼ਟੀਕਰਨ ਸੁਣਨ ਲਈ। ਉਹਨਾਂ ਦੀ ਇੱਕੋ ਇੱਕ ਇੱਛਾ ਸੀ ਕਿ ਉਹ ਆਪਣੀ ਧੀ ਨੂੰ ਇੱਥੋਂ ਲੈ ਜਾਣ। ਹੁਣ ਉਹ ਮੈਨੂੰ ਘਰ ਵਿੱਚ ਇੱਕ ਪਲ ਲਈ ਬਰਦਾਸ਼ਤ ਨਹੀਂ ਕਰਨਾ ਚਾਹੁੰਦੇ ਸਨ। ਉਸੇ ਕਾਰਨ ਰਾਹੁਲ ਦਾ ਵੀ ਬੁਰਾ ਹਾਲ ਸੀ। ਉਸਨੇ ਮੇਰਾ ਹੱਥ ਫੜਿਆ ਅਤੇ ਮੇਰੇ ਪਿਤਾ ਨੂੰ ਦਿੱਤਾ, ਉਸ ਨੂੰ ਲੈ ਕੇ ਚਲੇ ਜਾਣ ਲਈ ਕਿਹਾ। ਮੈਂ ਉਸ ਨੂੰ ਆਪਣੇ ਘਰ ਵਿੱਚ ਹੋਰ ਬਰਦਾਸ਼ਤ ਨਹੀਂ ਕਰ ਸਕਦਾ। ਤਲਾਕ ਦੇ ਕਾਗਜ਼ ਵੀ ਕੁਝ ਦਿਨਾਂ ਵਿੱਚ ਤੁਹਾਡੇ ਘਰ ਪਹੁੰਚ ਜਾਣਗੇ। ਤਲਾਕ ਬਾਰੇ ਸੁਣਦੇ ਹੀ ਮੇਰੇ ਪਿਤਾ ਨੇ ਰਾਹੁਲ ਦੇ ਪੈਰਾਂ ਤੇ ਸਿਰ ਰੱਖ ਦਿੱਤਾ ਅਤੇ ਕੁਝ ਸਮਾਂ ਮੰਗਿਆ। ਰਾਹੁਲ ਨੂੰ ਮੇਰੇ ਪਿਤਾ ਦੀ ਹਾਲਤ ਤੇ ਕੁਝ ਤਰਸ ਆਇਆ ਅਤੇ ਉਹ ਕੁਝ ਦਿਨ ਰੁਕਣ ਲਈ ਤਿਆਰ ਹੋ ਗਿਆ। ਉਸ ਨੇ ਕਿਹਾ ਕਿ ਮੈਂ ਤੁਹਾਨੂੰ ਅਤੇ ਤੁਹਾਡੀ ਬੇਟੀ ਨੂੰ ਕੁਝ ਸਮਾਂ ਦੇਵਾਂਗਾ। ਜੇਕਰ ਤੁਸੀਂ ਲੋਕ ਆਪਣੀ ਧੀ ਦੀ ਬੇਗੁਨਾਹੀ ਸਾਬਤ ਨਹੀਂ ਕਰ ਸਕਦੇ ਤਾਂ ਮੈਂ ਉਸ ਨੂੰ ਆਪਣੇ ਕੋਲ ਨਹੀਂ ਰੱਖਾਂਗਾ ਅਤੇ ਉਸ ਨੂੰ ਤਲਾਕ ਦੇ ਕੇ ਤੁਹਾਡੇ ਘਰ ਭੇਜ ਦੇਵਾਂਗਾ। ਇਹ ਉਹ ਸਮਾਂ ਸੀ ਜਦੋਂ ਮੈਂ ਆਪਣੇ ਮਾਤਾ ਪਿਤਾ ਨੂੰ ਆਪਣੀ ਬੇਗੁਨਾਹੀ ਸਾਬਤ ਕਰ ਸਕਦੀ ਸੀ। ਮੇਰੇ ਮੰਮੀ ਅਤੇ ਡੈਡੀ ਮੇਰੇ ਨਾਲ ਘਰ ਆਏ। ਮੇਰੇ ਘਰ ਵਿੱਚ ਕਾਫੀ ਹਫੜਾ ਦਫੜੀ ਮਚ ਗਈ ਸੀ। ਅਜੇ ਵਿਆਹ ਦਾ ਤੀਜਾ ਦਿਨ ਹੈ ਅਤੇ ਮੇਰਾ ਪਤੀ ਤਲਾਕ ਦੀ ਗੱਲ ਕਰ ਰਿਹਾ ਸੀ। ਇਸ ਤੋਂ ਇਲਾਵਾ ਮੇਰੇ ਕਿਰਦਾਰ ਨੂੰ ਵੀ ਬਦਨਾਮ ਕੀਤਾ ਗਿਆ। ਮੈਨੂੰ ਕੁਝ ਸਮਝ ਨਹੀਂ ਆ ਰਹੀ ਸੀ ਕਿ ਅੱਗੇ ਕੀ ਹੋਵੇਗਾ। ਜਦੋਂ ਮੇਰੇ ਭਰਾਵਾਂ ਨੇ ਡਾਕਟਰ ਦੀ ਗੱਲ ਸੁਣੀ ਤਾਂ ਉਹ ਗੁੱਸੇ ਨਾਲ ਪਾਗਲ ਹੋ ਗਏ ਅਤੇ ਮੈਨੂੰ ਮਾਰਨ ਲਈ ਅੱਗੇ ਵਧੇ। ਉਹਨਾਂ ਨੇ ਕਿਹਾ ਕਿ ਤੁਸੀਂ ਸਾਰੀ ਉਮਰ ਲਈ ਸਾਡੀ ਜ਼ਿੰਦਗੀ ਬਰਬਾਦ ਕਰ ਦਿੱਤੀ ਹੈ। ਤੁਸੀਂ ਸਾਨੂੰ ਕਿਤੇ ਮੂੰਹ ਦਿਖਾਉਣ ਯੋਗ ਨਹੀਂ ਛੱਡਿਆ। ਪਰ ਮੈਂ ਤਾਂ ਰੋ ਰਹੀ ਸੀ। ਜਦੋਂ ਮੈਂ ਆਪਣੇ ਪਤੀ ਅਤੇ ਸੱਸ ਨੂੰ ਕੋਈ ਸਪਸ਼ਟੀਕਰਨ ਨਹੀਂ ਦਿੱਤਾ ਸੀ ਤਾਂ ਮੈਂ ਆਪਣੇ ਭਰਾਵਾਂ ਨੂੰ ਕੀ ਸਮਝਾਵਾਂ। ਮੇਰੇ ਮੂੰਹੋਂ ਇੱਕ ਸ਼ਬਦ ਵੀ ਨਹੀਂ ਨਿਕਲ ਰਿਹਾ ਸੀ। ਮੰਮੀ ਪਾਪਾ ਨੇ ਵਿਚਕਾਰ ਆ ਕੇ ਮੇਰੇ ਭਰਾਵਾਂ ਦੇ ਹੱਥ ਰੋਕ ਲਏ। ਕੁਝ ਹੀ ਦੇਰ ਵਿੱਚ ਇਹ ਖਬਰ ਸਾਰੇ ਪਰਿਵਾਰ ਵਿੱਚ ਫੈਲ ਗਈ। ਮੈਂ ਵਿਆਹ ਤੋਂ ਪਹਿਲਾਂ ਹੀ ਗਰਭਵਤੀ ਸੀ। ਇਹ ਖਬਰ ਸੁਣਦਿਆਂ ਹੀ ਸਾਰਿਆਂ ਦੇ ਮਨ ਵਿੱਚ ਹਾਹਾਕਾਰ ਮਚ ਗਈ। ਮੰਮੀ ਡੈਡੀ ਸਾਰੀ ਰਾਤ ਆਪਣੇ ਕਮਰੇ ਵਿੱਚ ਸਿਰ ਜੋੜ ਕੇ ਬੈਠੇ ਰਹੇ ਅਤੇ ਮੇਰੇ ਭਵਿੱਖ ਦੀਆਂ ਗੱਲਾਂ ਕਰਦੇ ਰਹੇ। ਮੈਂ ਵੀ ਆਪਣੇ ਭਵਿੱਖ ਦੇ ਕੈਰੀਅਰ ਬਾਰੇ ਸੋਚ ਕੇ ਚਿੰਤਤ ਹੋ ਰਹੀ ਸੀ। ਸਾਰੀ ਰਾਤ ਜਾਗਦੀਆਂ ਅੱਖਾਂ ਵਿੱਚ ਬੀਤੀ। ਮੈਨੂੰ ਇੱਕ ਪਲ ਲਈ ਵੀ ਸ਼ਾਂਤੀ ਨਹੀਂ ਮਿਲ ਰਹੀ ਸੀ। ਸਵੇਰੇ ਜਦੋਂ ਮੈਂ ਕਮਰੇ ਤੋਂ ਬਾਹਰ ਆਈ ਤਾਂ ਮੰਮੀ ਡੈਡੀ ਤਿਆਰ ਬੈਠੇ ਸਨ ਅਤੇ ਉਹਨਾਂ ਨੇ ਮੈਨੂੰ ਵੀ ਤਿਆਰ ਹੋਣ ਲਈ ਕਿਹਾ। ਮੈਂ ਮੰਮੀ ਨੂੰ ਕੋਈ ਸਵਾਲ ਨਾ ਕੀਤਾ ਅਤੇ ਦੁਬਾਰਾ ਆਪਣੇ ਕਮਰੇ ਵਿੱਚ ਜਾ ਕੇ ਤਿਆਰ ਹੋ ਗਈ। ਜਦੋਂ ਮੈਂ ਤਿਆਰ ਹੋ ਕੇ ਬਾਹਰ ਆਈ ਤਾਂ ਮੇਰੀ ਮਾਂ ਨੇ ਮੈਨੂੰ ਦੱਸਿਆ ਕਿ ਉਹ ਮੈਨੂੰ ਦੁਬਾਰਾ ਜਾਂਚ ਕਰਵਾਉਣ ਲਈ ਉਸੇ ਡਾਕਟਰ ਕੋਲ ਲੈ ਜਾ ਰਹੀ ਹੈ, ਕਿਉਂਕਿ ਮੇਰੇ ਮਾਤਾ ਪਿਤਾ ਨੂੰ ਬਿਲਕੁਲ ਵੀ ਵਿਸ਼ਵਾਸ ਨਹੀਂ ਸੀ ਕਿ ਅਜਿਹਾ ਕੁਝ ਹੋ ਸਕਦਾ ਹੈ। ਮੇਰੇ ਮਾਤਾ ਪਿਤਾ ਦਾ ਮੇਰੇ ਤੇ ਅਟੁੱਟ ਵਿਸ਼ਵਾਸ ਸੀ, ਕਿਉਂਕਿ ਮੇਰੀ ਪੂਰੀ ਜ਼ਿੰਦਗੀ ਉਹਨਾਂ ਦੇ ਸਾਹਮਣੇ ਬੀਤ ਗਈ ਸੀ। ਮੰਮੀ ਡੈਡੀ ਮੇਰੇ ਕਿਰਦਾਰ ਤੋਂ ਚੰਗੀ ਤਰ੍ਹਾਂ ਜਾਣੂ ਸਨ। ਉਹ ਚਾਹੁੰਦੇ ਹੋਏ ਵੀ ਮੇਰੇ ਤੇ ਸ਼ੱਕ ਨਹੀਂ ਕਰ ਸਕਦੇ ਸਨ। ਸਾਰੀ ਰਾਤ ਬੈਠ ਕੇ ਦੋਵਾਂ ਨੇ ਸੋਚਿਆ ਕਿ ਇਸ ਡਾਕਟਰ ਤੋਂ ਦੁਬਾਰਾ ਜਾਂਚ ਕਰਵਾਈ ਜਾਵੇ ਤਾਂ ਜੋ ਸੱਚ ਸਾਹਮਣੇ ਆ ਜਾਵੇ। ਅਸੀਂ ਦੁਬਾਰਾ ਹਸਪਤਾਲ ਪਹੁੰਚ ਗਏ। ਪਿਤਾ ਜੀ ਨੇ ਮੇਰੇ ਪਤੀ ਨੂੰ ਹਸਪਤਾਲ ਬੁਲਾਇਆ। ਰਾਹੁਲ ਨਹੀਂ ਆਉਣਾ ਚਾਹੁੰਦਾ ਸੀ, ਪਰ ਪਿਤਾ ਜੀ ਨੇ ਜ਼ੋਰ ਪਾਇਆ ਤਾਂ ਉਹ ਆਇਆ। ਜਦੋਂ ਮੈਂ ਹਸਪਤਾਲ ਵਿੱਚ ਰਾਹੁਲ ਨੂੰ ਮਿਲੀ ਤਾਂ ਉਸ ਨੇ ਮੇਰੇ ਵੱਲ ਦੇਖਣ ਦੀ ਖੇਚਲ ਵੀ ਨਹੀਂ ਕੀਤੀ। ਮੈਂ ਆਪਣੇ ਹੰਝੂ ਪੀਂਦੀ ਰਹਿ ਗਈ। ਜਦੋਂ ਸਾਡੀ ਵਾਰੀ ਆਈ ਤਾਂ ਮੈਂ ਆਪਣੀ ਮਾਂ ਨਾਲ ਡਾਕਟਰ ਕੋਲ ਗਈ। ਡਾਕਟਰ ਨੇ ਮੈਨੂੰ ਦੇਖਦੇ ਹੀ ਪਛਾਣ ਲਿਆ, ਪਰ ਮੇਰੀ ਮਾਂ ਨੇ ਉਸ ਨੂੰ ਭਰੋਸਾ ਦਿਵਾਇਆ ਕਿ ਮੇਰੀ ਧੀ ਦਾ ਵਿਆਹ ਤੋਂ ਪਹਿਲਾਂ ਗਰਭਵਤੀ ਹੋਣਾ ਸੰਭਵ ਨਹੀਂ ਹੈ। ਮੈਂ ਵੀ ਬਹੁਤ ਭਰੋਸਾ ਦਿੱਤਾ ਕਿ ਮੈਂ ਬਿਲਕੁਲ ਸ਼ੁੱਧ ਹਾਂ। ਗਰਭਵਤੀ ਹੋਣਾ ਤਾਂ ਦੂਰ ਦੀ ਗੱਲ ਸੀ। ਇਸ ਲਈ ਡਾਕਟਰ ਵੀ ਕੁਝ ਸੋਚ ਰਹੀ ਸੀ ਅਤੇ ਉਸਨੇ ਦੁਬਾਰਾ ਮੇਰਾ ਅਲਟਰਾਸਾਊਂਡ ਕਰਵਾਇਆ। ਮੈਂ ਮੰਮੀ ਨਾਲ ਦੁਬਾਰਾ ਅਲਟਰਾਸਾਊਂਡ ਰੂਮ ਵਿੱਚ ਪਹੁੰਚ ਗਈ। ਅਲਟਰਾਸਾਊਂਡ ਕਰਵਾ ਕੇ ਜਦੋਂ
ਜਦੋਂ ਉਹ ਵਿਹਲੀ ਹੋਈ ਤਾਂ ਡਾਕਟਰ ਨੇ ਕੁਝ ਸਮੇਂ ਬਾਅਦ ਰਿਪੋਰਟ ਲੈਣ ਲਈ ਕਿਹਾ। ਇਹ ਇਸ ਤਰ੍ਹਾਂ ਸੀ ਜਿਵੇਂ ਮੈਂ ਇਹ ਸਮਾਂ ਸੂਲੀ ਤੇ ਬਿਤਾਇਆ ਸੀ। ਅੱਜ ਵੀ ਜੇਕਰ ਅਲਟਰਾਸਾਊਂਡ ਦੀ ਰਿਪੋਰਟ ਵਿੱਚ ਅਜਿਹਾ ਹੀ ਕੁਝ ਆਇਆ ਹੁੰਦਾ ਤਾਂ ਮੇਰੇ ਘਰ ਨੂੰ ਬਰਬਾਦੀ ਅਤੇ ਤਬਾਹੀ ਤੋਂ ਕੋਈ ਨਹੀਂ ਬਚਾ ਸਕਦਾ ਸੀ। ਇਹੀ ਕਾਰਨ ਸੀ ਕਿ ਮੇਰਾ ਦਿਲ ਰੋ ਰਿਹਾ ਸੀ ਅਤੇ ਰੱਬ ਅੱਗੇ ਅਰਦਾਸ ਕਰ ਰਿਹਾ ਸੀ ਕਿ ਹੇ ਰੱਬਾ, ਅਲਟਰਾਸਾਊਂਡ ਦੀ ਰਿਪੋਰਟ ਬਿਲਕੁਲ ਸਹੀ ਆਉਣੀ ਚਾਹੀਦੀ ਹੈ ਅਤੇ ਸੱਚਾਈ ਸਾਹਮਣੇ ਆਉਣੀ ਚਾਹੀਦੀ ਹੈ। ਨਹੀਂ ਤਾਂ ਨਾ ਸਿਰਫ ਮੇਰਾ ਘਰ ਬਰਬਾਦ ਹੋ ਜਾਵੇਗਾ, ਸਗੋਂ ਮੇਰੀ ਜਗ੍ਹਾ ਵੀ ਬਰਬਾਦ ਹੋ ਜਾਵੇਗੀ। ਮੈਂ ਸਮਾਜ ਵਿੱਚ ਬਦਨਾਮ ਹੀ ਰਹਿ ਜਾਵਾਂਗੀ। ਇਹ ਬਦਨਾਮੀ ਦਾ ਅਜਿਹਾ ਦਾਗ ਸੀ ਕਿ ਮੈਂ ਸਾਰੀ ਉਮਰ ਛੁਟਕਾਰਾ ਨਹੀਂ ਪਾ ਸਕਦੀ ਸੀ। ਕੁਝ ਨਾ ਕਰਨ ਦੇ ਬਾਵਜੂਦ ਮੈਂ ਸਾਰਿਆਂ ਦੀਆਂ ਨਜ਼ਰਾਂ 'ਚ ਅਪਰਾਧੀ ਬਣ ਰਹੀ ਸੀ ਅਤੇ ਉਸ ਸਮੇਂ ਕੋਈ ਮੈਨੂੰ ਸਮਝ ਨਹੀਂ ਸਕਿਆ ਤੇ ਨਾ ਹੀ ਮੇਰੇ ਦਰਦ ਨੂੰ ਆਪਣੇ ਪਿਆਰਿਆਂ ਦਿਆਂ ਅੱਖਾਂ ਵਿੱਚ ਆਪਣੇ ਲਈ ਅਵਿਸ਼ਵਾਸ ਦੇਖਿਆ, ਜਿਸ ਕਾਰਨ ਮੇਰਾ ਦਿਲ ਖੂਨ ਦੇ ਹੰਝੂ ਰੋ ਰਿਹਾ ਸੀ। ਕੁਝ ਸਮੇਂ ਬਾਅਦ ਅਲਟਰਾਸਾਊਂਡ ਦੀ ਰਿਪੋਰਟ ਆਈ ਅਤੇ ਮੈਂ ਰਿਪੋਰਟ ਲੈ ਕੇ ਡਾਕਟਰ ਕੋਲ ਗਈ। ਇਸ ਵਾਰ ਸਿਰਫ ਮੇਰੀ ਮਾਂ ਮੇਰੇ ਨਾਲ, ਮੇਰੇ ਪਿਤਾ ਅਤੇ ਮੇਰੇ ਪਤੀ ਬਾਹਰ ਮੌਜੂਦ ਸਨ। ਕੁਝ ਸਮੇਂ ਬਾਅਦ ਮੇਰੀ ਸੱਸ ਵੀ ਹਸਪਤਾਲ ਪਹੁੰਚ ਗਈ ਸੀ। ਉਸ ਦੇ ਦਿਮਾਗ ਵਿੱਚ ਇੱਕੋ ਗੱਲ ਸੀ ਕਿ ਉਹ ਰਾਹੁਲ ਨੂੰ, ਇਸ ਚਰਿੱਤਰਹੀਣ ਲੜਕੀ ਨੂੰ ਤਲਾਕ ਦੇ ਕੇ ਮਾਮਲਾ ਖਤਮ ਕਰਨ ਲਈ ਕਹਿ ਰਹੀ ਸੀ। ਪਰ ਸ਼ਾਇਦ ਰਾਹੁਲ ਨੂੰ ਰੱਬ ਦਾ ਡਰ ਸੀ। ਤਲਾਕ ਦੇਣ ਤੋਂ ਪਹਿਲਾਂ ਉਹ ਹਰ ਗੱਲ ਦੀ ਬਰੀਕੀ ਨਾਲ ਜਾਂਚ ਕਰਨਾ ਚਾਹੁੰਦਾ ਸੀ ਤਾਂ ਜੋ ਉਹ ਕੋਈ ਗਲਤ ਫੈਸਲਾ ਨਾ ਲੈ ਲਵੇ। ਇਸ ਲਈ ਉਹ ਆਪਣੇ ਆਪ ਨੂੰ ਰੋਕ ਰਿਹਾ ਸੀ। ਮੈਂ ਮੁਜਰਮ ਵਾਂਗ ਡਾਕਟਰ ਅੱਗੇ ਸਿਰ ਝੁਕਾ ਕੇ ਬੈਠੀ ਸੀ। ਕੁਝ ਦੇਰ ਵਿੱਚ ਹੀ ਮੇਰਾ ਪਤੀ ਅਤੇ ਸੱਸ ਵੀ ਡਾਕਟਰ ਦੇ ਕੈਬਨ ਵਿੱਚ ਆ ਗਏ ਸਨ ਅਤੇ ਮੇਰੇ ਸਾਰੇ ਪਰਿਵਾਰਕ ਮੈਂਬਰ ਮੇਰੇ ਪਿੱਛੇ ਖੜੇ ਸਨ। ਡਾਕਟਰ ਦੀ ਜ਼ੁਬਾਨ ਚੋਂ ਨਿਕਲੇ ਸ਼ਬਦ ਜਾਂ ਤਾਂ ਮੈਨੂੰ ਨਵੀਂ ਜ਼ਿੰਦਗੀ ਦੇ ਸਕਦੇ ਸਨ ਜਾਂ ਮੌਤ ਦੀ ਡੂੰਘਾਈ 'ਚ ਸੁੱਟ ਸਕਦੇ ਸਨ। ਮੇਰੀ ਜ਼ਿੰਦਗੀ ਦਾ ਧਾਗਾ ਹੁਣ ਡਾਕਟਰ ਦੇ ਹੱਥ ਵਿੱਚ ਸੀ ਅਤੇ ਮੈਂ ਡਾਕਟਰ ਦੇ ਫੈਸਲੇ ਦੀ ਉਡੀਕ ਕਰ ਰਹੀ ਸੀ। ਡਾਕਟਰ ਕੁਝ ਦੇਰ ਮੇਰੀ ਰਿਪੋਰਟ ਦੇਖਦੀ ਰਹੀ। ਫਿਰ ਉਸਨੇ ਮੇਰੀ ਪਿਛਲੀ ਰਿਪੋਰਟ ਮੰਗੀ ਜੋ ਮੈਂ ਆਪਣੇ ਬੈਗ ਵਿੱਚੋਂ ਕੱਢ ਕੇ ਡਾਕਟਰ ਦੇ ਸਾਹਮਣੇ ਰੱਖ ਦਿੱਤੀ। ਕਾਫੀ ਦੇਰ ਤੱਕ ਚੁੱਪਚਾਪ ਦੋਵੇਂ ਰਿਪੋਰਟਾਂ ਦੀ ਜਾਂਚ ਕਰਦੇ ਰਹੇ। ਉਸ ਦੇ ਚਿਹਰੇ ਤੇ ਅਜੀਬ ਜਿਹਾ ਹਾਵ ਭਾਵ ਸਨ। ਕੁਝ ਦੇਰ ਬਾਅਦ ਡਾਕਟਰ ਦੇ ਚਿਹਰੇ ਤੇ ਇੱਕ ਹੈਰਾਨਗੀ ਨਜ਼ਰ ਆਈ, ਜਿਵੇਂ ਕੁਝ ਗਲਤ ਹੋ ਗਿਆ ਹੋਵੇ। ਅੱਜ ਦੀ ਰਿਪੋਰਟ ਮੇਰੇ ਸਾਹਮਣੇ ਰੱਖਦਿਆਂ ਡਾਕਟਰ ਨੇ ਕਿਹਾ ਕਿ ਮੇਰੇ ਪੇਟ ਦਰਦ ਦੀ ਵਜ੍ਹਾ ਬਾਹਰ ਦਾ ਖਾਣਾ ਸੀ, ਜਿਸ ਕਾਰਨ ਮੇਰਾ ਪੇਟ ਦਰਦ ਹੋ ਰਿਹਾ ਸੀ। ਮੇਰੇ ਲੀਵਰ ਤੇ ਸੋਜ ਸੀ, ਜਿਸ ਕਾਰਨ ਮੈਨੂੰ ਬਹੁਤ ਦਰਦ ਹੋ ਰਿਹਾ ਸੀ। ਡਾਕਟਰ ਨੇ ਮੇਰੀ ਮਾਂ ਨੂੰ ਕਿਹਾ ਕਿ ਤੁਹਾਡੀ ਧੀ ਗਰਭਵਤੀ ਨਹੀਂ ਹੈ। ਮੇਰੀ ਸੱਸ ਨੇ ਤੁਰੰਤ ਕਿਹਾ ਕਿ ਪਿਛਲੀ ਰਿਪੋਰਟ ਵਿੱਚ ਤੁਸੀਂ ਦੱਸਿਆ ਸੀ ਕਿ ਉਹ ਗਰਭਵਤੀ ਸੀ, ਇਸ ਲਈ ਡਾਕਟਰ ਨੇ ਮੈਨੂੰ ਦੱਸਿਆ। ਇਹ ਸੁਣ ਕੇ ਮੇਰੇ ਪੈਰਾਂ ਹੇਠ ਜ਼ਮੀਨ ਨਿਕਲ ਗਈ। ਡਾਕਟਰ ਨੇ ਕਿਹਾ ਕਿ ਪਿਛਲੀ ਰਿਪੋਰਟ ਵਿੱਚ ਨਾਂ ਕਾਰਨ ਗੜਬੜ ਹੋਈ ਸੀ। ਮੇਰਾ ਨਾਮ ਮੇਗਾ ਸ਼ਰਮਾ ਸੀ ਅਤੇ ਇੱਕ ਹੋਰ ਔਰਤ ਸੀ। ਰਿਪੋਰਟ ਤੇ ਨਾਮ ਵੀ ਮੇਗਾ ਸ਼ਰਮਾ ਸੀ। ਉਸ ਦਾ ਕੁਝ ਮਹੀਨੇ ਪਹਿਲਾਂ ਗਰਭਪਾਤ ਹੋ ਗਿਆ ਸੀ, ਜਿਸ ਕਾਰਨ ਉਸ ਨੂੰ ਪੇਟ ਦਰਦ ਹੋ ਰਿਹਾ ਸੀ। ਇਹ ਸਾਰੀਆਂ ਗਲਤਫਹਿਮੀਆਂ ਇੱਕੋ ਜਿਹੇ ਨਾਮਾਂ ਕਾਰਨ ਵਾਪਰੀਆਂ ਸਨ। ਡਾਕਟਰ ਨੇ ਆਪਣੀ ਗਲਤੀ ਮੰਨ ਲਈ ਅਤੇ ਸਾਡੇ ਸਾਰਿਆਂ ਤੋਂ ਮਾਫੀ ਮੰਗੀ। ਵਾਹਿਗੁਰੂ ਯਾਦ ਕਰਕੇ ਮੇਰਾ ਦਿਲ ਰੋਣ ਲੱਗ ਪਿਆ। ਮੇਰੇ ਪਤੀ ਅਤੇ ਸੱਸ ਸ਼ਰਮ ਨਾਲ ਸਿਰ ਝੁਕਾ ਕੇ ਖੜੇ ਸਨ ਤਾਂ ਮੇਰੇ ਪਿਤਾ ਜੀ ਨੇ ਅੱਗੇ ਆ ਕੇ ਮੈਨੂੰ ਜੱਫੀ ਪਾ ਲਈ ਤੇ ਕਿਹਾ ਕਿ ਇਹ ਸਭ ਗਲਤਫਹਿਮੀਆਂ ਦਾ ਨਤੀਜਾ ਹੈ ਅਤੇ ਇਸ ਤਰ੍ਹਾਂ ਮੇਰਾ ਘਰ ਬਰਬਾਦ ਹੋਣ ਤੋਂ ਬਚ ਗਿਆ। ਰਾਹੁਲ ਨੇ ਮੇਰੇ ਤੋਂ ਮਾਫੀ ਮੰਗੀ। ਮੈਂ ਰਾਹੁਲ ਨੂੰ ਵੀ ਮਾਫ ਕਰ ਦਿੱਤਾ ਕਿਉਂਕਿ ਜੇਕਰ ਉਹ ਗਲਤ ਸੀ ਤਾਂ ਇਹ ਗਲਤੀ ਵੀ ਉਸਦੀ ਨਹੀਂ ਸੀ। ਉਸ ਸਮੇਂ ਸਥਿਤੀ ਅਜਿਹੀ ਸੀ ਕਿ ਜਿਸ ਨੇ ਵੀ ਸੁਣਿਆ ਉਸ ਦੇ ਮਨ ਵਿੱਚ ਗਲਤ ਵਿਚਾਰ ਆਉਣਗੇ। ਮੇਰੀ ਸੱਸ ਨੇ ਵੀ ਮੇਰੇ ਕੋਲੋਂ ਮਾਫੀ ਮੰਗੀ। ਮੈਂ ਆਪਣੀ ਸੱਸ ਨੂੰ ਵੀ ਮਾਫ ਕਰ ਦਿੱਤਾ। ਅੱਜ ਮੈਂ ਘਰ ਵਿੱਚ ਬਹੁਤ ਖੁਸ਼ ਹਾਂ, ਜ਼ਿੰਦਗੀ ਜੀ ਰਹੀ ਹਾਂ। ਮੇਰੀ ਸੱਸ ਵੀ ਮੇਰਾ ਬਹੁਤ ਖਿਆਲ ਰੱਖਦੀ ਹੈ ਅਤੇ ਰਾਹੁਲ ਵੀ ਮੈਨੂੰ ਬਹੁਤ ਪਿਆਰ ਕਰਦਾ ਹੈ। ਹੁਣ ਮੇਰੀ ਜ਼ਿੰਦਗੀ ਵਿੱਚ ਸਿਰਫ ਖੁਸ਼ੀਆਂ ਹੀ ਰਹਿ ਗਈਆਂ ਹਨ। ਤਾਂ ਦੋਸਤੋ, ਤੁਹਾਨੂੰ ਸਾਡੀ ਅੱਜ ਦੀ ਕਹਾਣੀ ਕਿਵੇਂ ਲੱਗੀ? ਜੇਕਰ ਤੁਹਾਨੂੰ ਕਹਾਣੀ ਚੰਗੀ ਲੱਗੀ ਤਾਂ ਕਿਰਪਾ ਕਰਕੇ ਇਸ ਤਰ੍ਹਾਂ ਦੀਆਂ ਹੋਰ ਕਹਾਣੀਆਂ ਸੁਣਨ ਲਈ ਸਾਡੇ ਚੈਨਲ ਨੂੰ ਲਾਈਕ ਅਤੇ ਸਬਸਕ੍ਰਾਈਬ ਕਰੋ। ਹੁਣ ਤੱਕ ਕਹਾਣੀ ਸੁਣਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ। ਮਿਲਦੇ ਹਾਂ ਅਗਲੀ ਇੱਕ ਨਵੀਂ ਕਹਾਣੀ ਵਿੱਚ। ਧੰਨਵਾਦ।